ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਤੁਹਾਡਾ ਆਨਲਾਈਨ ਕਲਾਸ ਵਿੱਚ। ਸਾਰੇ ਹੀ ਭੈਣਾਂ ਵੀਰਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਅਸੀਂ ਸਾਰੇ ਮਿਲ ਕੇ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਪਜੀ ਸਾਹਿਬ ਜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ ਔਰ ਜ਼ਿੰਦਗੀ ਕਿਵੇਂ ਜੀਣੀ ਹੈ ਇਹ ਸਿੱਖ ਰਹੇ ਹਾਂ। ਨਾਲ ਸੰਸਾਰ ਭਰ ਦੇ ਅੰਦਰ ਸੁੱਖ ਸ਼ਾਂਤੀ ਕਿਵੇਂ ਵਰਤਾਈ ਜਾ ਸਕਦੀ ਹੈ, ਕਿਵੇਂ ਇੱਕ ਚੰਗੇ ਸਮਾਜ ਦੀ ਰਚਨਾ ਕੀਤੀ ਜਾ ਸਕਦੀ ਹੈ ਔਰ ਇਸ ਸੰਸਾਰ ਨੂੰ ਚਿੰਤਾਵਾਂ ਤੋਂ ਗਮਾਂ ਤੋਂ ਰਹਿਤ ਕਿਵੇਂ ਕੀਤਾ ਜਾ ਸਕਦਾ ਹੈ, ਕਿਵੇਂ ਅਸੀਂ ਚਿੰਤਾ ਰਹਿਤ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਤਾਂ ਹੁਣ ਤੱਕ ਅਸੀਂ 24 ਪੌੜੀਆਂ ਦੀ ਵਿਚਾਰ ਕੱਲ ਤੱਕ ਸਾਂਝੀ ਕਰ ਚੁੱਕੇ ਹਾਂ। 25ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਅੱਜ ਸਾਂਝੀ ਕਰ ਰਹੇ ਹਾਂ। ਕੱਲ ਅਸੀਂ ਵਿਚਾਰਿਆ ਸੀ ਕਿ ਪ੍ਰਭੂ ਅਨੰਤ ਹੈ, ਉਸ ਦੀ ਰਚਨਾ ਅਨੰਤ ਹੈ, ਉਸ ਦੇ ਗੁਣ ਅਨੰਤ ਨੇ ਤੇ ਉਹ ਅਨੰਤ ਜੋ ਪ੍ਰਭੂ ਹੈ ਉਹ ਆਪ ਹੀ ਸੰਸਾਰ ਰੂਪ ਦੇ ਅੰਦਰ ਫੈਲਿਆ ਹੋਇਆ ਹੈ ਤੇ ਉਹ ਅਨੰਤ ਗੁਣਾਂ ਦਾ ਮਾਲਕ ਹਰ ਇਨਸਾਨ ਦੇ ਅੰਦਰ ਬਿਰਾਜਮਾਨ ਹੈ। ਹਰ ਇਨਸਾਨ ਉਸ ਪ੍ਰਭੂ ਦਾ ਹੀ ਰੂਪ ਹੈ। ਜਿਵੇਂ ਗੁਰੂ ਜੀ ਸਾਨੂੰ ਸਮਝਾਉਂਦੇ ਹਨ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਪਰ ਜਦੋਂ ਮਨੁੱਖ ਮੂਲ ਦੇ ਨਾਲੋਂ ਟੁੱਟ ਜਾਂਦਾ ਹੈ, ਉਦੋਂ ਇਸ ਦੇ ਅੰਦਰ ਕਈ ਸਾਰੇ ਵਿਕਾਰ ਆ ਜਾਂਦੇ ਹਨ। ਤਾਂ ਸਾਡੇ ਅੰਦਰ ਜੋ ਆਏ ਹੋਏ ਵਿਕਾਰ ਨੇ ਉਹਨਾਂ ਨੂੰ ਕਿਵੇਂ ਦੂਰ ਕੀਤਾ ਜਾਏ, ਜੋ ਸਾਡੇ ਔਰ ਪ੍ਰਭੂ ਦੇ ਦਰਮਿਆਨ ਕੂੜ ਦੀ ਦੀਵਾਰ ਹੋਮੇ ਦੀ ਹੈ ਉਹਨੂੰ ਕਿਵੇਂ ਤੋੜਿਆ ਜਾਏ, ਔਰ ਜੋ ਸਾਡੇ ਇਨਸਾਨਾਂ ਦੇ ਅੰਦਰ ਦੀਵਾਰਾਂ ਖੜੀਆਂ ਹੋਈਆਂ ਨੇ, ਚਾਹੇ ਉਹ ਜਾਤੀਵਾਦ ਦੀ ਹੈ, ਚਾਹੇ ਉਹ ਮੇਰ ਤੇਰ ਦੀ ਹੈ, ਆਪਣੇ ਪਰਾਏ ਦੇ ਵਿਤਕਰਿਆਂ ਦੀ ਹੈ, ਇਹਨਾਂ ਦੀਵਾਰਾਂ ਨੂੰ ਕਿਵੇਂ ਖਤਮ ਕੀਤਾ ਜਾਏ ਔਰ ਅਸੀਂ ਸਚਿਆਰ ਕਿਵੇਂ ਹੋਈਏ। ਸਾਡੇ ਕੋਲ ਇੱਕੋ ਹੀ ਮੰਜ਼ਿਲ ਹੈ ਜੋ ਸਾਨੂੰ ਸਾਰਿਆਂ ਨੂੰ ਸਾਂਝੀ ਦਿੱਤੀ ਗਈ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਤੁਪੈ ਪਾਲ। ਤੇ ਉਹਦੇ ਵਾਸਤੇ ਸਾਨੂੰ ਇੱਕ ਹੀ ਨਿਯਮ ਸਮਝਾਇਆ ਹੈ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜਦੋਂ ਤੋਂ ਇਹ ਕਾਇਨਾਤ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਇਹ ਨਿਯਮ ਵੀ ਤੁਰਿਆ ਆਉਂਦਾ ਹੈ ਕਿ ਜੋ ਰਜਾ ਭਾਣੇ ਹੁਕਮ ਦੇ ਅੰਦਰ ਚੱਲੇਗਾ ਉਹ ਬੰਦਾ ਸਚਿਆਰ ਹੋਏਗਾ, ਰੱਬ ਦਾ ਰੂਪ ਹੋ ਕੇ ਜੀਵੇਗਾ, ਕਿਉਂਕਿ ਸਾਰੀ ਕਾਇਨਾਤ ਕਿਸੇ ਸਿਸਟਮ, ਕਿਸੇ ਹੁਕਮ, ਕਿਸੇ ਨਿਯਮ ਨਿਯਮਾਵਲੀ ਦੇ ਅੰਦਰ ਕੰਮ ਕਰ ਰਹੀ ਹੈ। ਤਾਂ ਆਓ ਅੱਜ ਦੀ ਵਿਚਾਰ ਅਸੀਂ ਸ਼ੁਰੂ ਕਰਦੇ ਹਾਂ। 25ਵੀਂ ਪੌੜੀ ਦੀ ਪਹਿਲੀ ਪੰਕਤੀ ਹੈ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਇੱਥੇ ਕਰਮ ਦਾ ਮਤਲਬ ਕਿਰਪਾ, ਤਿਲ ਨਾ ਤਮਾਏ, ਤਮਾਏ ਦਾ ਮਤਲਬ ਤਮਾ, ਲਾਲਚ। ਪੂਰੀ ਪੰਕਤੀ ਦਾ ਅਰਥ ਹੈ ਬਹੁਤਾ ਕਰਮ ਲਿਖਿਆ ਨਾ ਜਾਏ, ਕਿ ਉਸ ਪ੍ਰਭੂ ਦੀ ਜੋ ਕਿਰਪਾ ਹੈ ਬਹੁਤ ਵੱਡੀ ਹੈ ਔਰ ਉਸ ਦੇ ਇਸ ਕਰਮ ਨੂੰ ਲਿਖਿਆ ਨਹੀਂ ਜਾ ਸਕਦਾ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਹੁਣ ਬਹੁਤਾ ਕਰਮ, ਜਿਹੜੀ ਬਹੁਤੀ ਕਿਰਪਾ ਹੈ, ਉਹਦਾ ਰੂਪ ਅਸੀਂ ਦੇਖਦੇ ਹਾਂ ਕਿ ਇਹ ਸਾਰਾ ਜੋ ਜਗਤ ਹੈ ਇਹ ਉਹਦਾ ਕਰਮ ਹੀ ਹੈ, ਉਹਦਾ ਕੀਤਾ ਹੋਇਆ ਕੰਮ ਹੀ ਹੈ। ਰੱਬ ਦਾ ਕੀਤਾ ਹੋਇਆ ਹਰ ਕੰਮ ਹੀ ਕਿਰਪਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਰੱਬ ਵੀ ਕੰਮ ਕਰਦਾ ਹੈ ਔਰ ਅਸੀਂ ਵੀ ਕੰਮ ਕਰਦੇ ਹਾਂ। ਸਾਡੇ ਕੰਮ ਜੰਜਾਲ ਕਿਉਂ ਬਣ ਗਏ ਔਰ ਰੱਬ ਦਾ ਕੀਤਾ ਹਰ ਕਰਮ ਕਿਰਪਾ ਕਿਉਂ ਬਣ ਗਿਆ? ਰੀਜ਼ਨ ਕੀ ਹੈ? ਸਾਡੇ ਕੀਤੇ ਹੋਏ ਕੰਮ ਸਾਡੇ ਵਾਸਤੇ ਬੰਧਨ ਬਣ ਗਏ ਔਰ ਪ੍ਰਭੂ ਦੇ ਕੀਤੇ ਹੋਏ ਕੰਮ ਕਿਰਪਾ ਹੋ ਗਏ। ਰੀਜ਼ਨ ਕੀ ਹੈ? ਕਾਰਨ ਕੀ ਹੈ? ਤਾਂ ਜਿੰਨੀ ਕੁ ਮਤ ਬੁੱਧ ਪ੍ਰਭੂ ਨੇ ਬਖਸ਼ੀ ਹੈ, ਜਦੋਂ ਉਹਦੇ ਮੁਤਾਬਕ ਅਸੀਂ ਵਿਚਾਰ ਕਰਦੇ ਹਾਂ, ਸਮਝ ਪੈਂਦੀ ਹੈ, ਤਾਂ ਸਮਝ ਇਹ ਪੈਂਦੀ ਹੈ ਕਿ ਪ੍ਰਭੂ ਦੀ ਜੋ ਕਰਮ ਹੈ ਉਹ ਕਿਰਪਾ ਕਿਉਂ ਹੈ ਔਰ ਸਾਡੇ ਜੋ ਕਰਮ ਨੇ ਉਹ ਬੰਧਨ ਕਿਉਂ ਨੇ। ਆਪਾਂ ਇਹਨੂੰ ਵਿਚਾਰਦੇ ਹਾਂ। ਦੇਖੋ, ਰੱਬ ਨੇ ਰਚਨਾ ਕੀਤੀ ਮਨੁੱਖ ਵਾਸਤੇ ਜਾਂ ਜੀਵ ਜਨਤਾ ਵਾਸਤੇ ਜਾਂ ਕੁਦਰਤ ਵਿੱਚ ਪਾਣੀ ਪੈਦਾ ਕੀਤਾ। ਰੱਬ ਨੇ ਪਾਣੀ ਪੈਦਾ ਕੀਤਾ ਤੇ ਪਾਣੀ ਪੈਦਾ ਕੀਤਾ ਹੈ ਤਾਂ ਇਹਦੇ ਪਿੱਛੇ ਰੱਬ ਨੂੰ ਕੋਈ ਤਮਾ ਨਹੀਂ ਹੈ ਕਿ ਮੈਨੂੰ ਪੈਸੇ ਮਿਲਣਗੇ ਜਾਂ ਇਹਦੇ ਨਾਲ ਮੈਨੂੰ ਇਹ ਬੈਨੀਫਿਟ ਹੋਏਗਾ। ਪਹਿਲੀ ਗੱਲ ਤੇ ਇਹ ਚੀਜ਼ ਨਹੀਂ। ਦੂਜੇ ਨੰਬਰ ਤੇ ਰੱਬ ਨੇ ਕਦੇ ਸਾਡੇ ਤੋਂ ਇਹਦਾ ਮੁੱਲ ਨਹੀਂ ਮੰਗਿਆ। ਬਸ ਪਾਣੀ ਪੈਦਾ ਕਰ ਦਿੱਤਾ, ਤੁਸੀਂ ਵਰਤ ਸਕਦੇ ਹੋ। ਬੰਦੇ ਨੇ ਵੀ ਇੱਕ ਕੰਮ ਕੀਤਾ,
मोटर लगाई, पाइप लाइन विछाई और उस पानी नूं साडे घर तक पहुंचाया, साडे घर तक पहुंचाया। लेकिन उन्हें नाल मीटर भी लगाया और हर महीने उहदा बिल भी मंगिया ते असीं पानी पहुंचाउण वाले मनुख दा धन्नवाद कीता। मेरा मतलब ये नहीं कि धन्नवाद नहीं करना चाहिए, करना चाहिए है, धन्नवाद कीता, पर उन्हें साडे तो पैसा लिया ते प्रभु ने पानी पैदा कीता, साडे तो कोई मुੱਲ नहीं मंगिया ते दूजी गल है असीं कदी धन्नवाद भी नहीं कीता, असीं शुकराना भी नहीं कीता ना। रब ने अखां दित्तियां, असीं 40-50 साल तक इन्हां अखां दे नाल इस दुनिया नूं वेखिया, पर रब ने अखां दी कीमत कोई नहीं मंगी ते 40-50 साल असीं इन्हां दी अंधाधुंद वरतों कीती, संभाल नहीं कीती। चाहिदा सी कोई विटामिन ए लैंदे, अखां दी सफाई रखदे, अखां दी कसरत करदे जां संभाल करदे, पर असीं बिना संभाल तो इन्हां नूं वरतिया ते 40-50 दी एज तो बाद जां उस तो पहलां सानू कुछ धुंधला दिसना शुरू हो गया जां एक-एक दे दो-दो दिसन लग पे। असीं डॉक्टर साहिबान दे कोल गए, उन्हां ने साडी अख नूं चैक कीता ते कहा भी सजना ਇਹ ਦਵਾਈ ਵਰਤਣੀ ਪਵੇਗੀ ਤੇ ਨਾਲ ਤੈਨੂੰ ਐਨੇ ਨੰਬਰ ਦਾ ਲੈਂਸ ਲੱਗੇਗਾ, ਫਿਰ ਤੈਨੂੰ ਠੀਕ ਦਿਸਣ ਲੱਗ ਜਾਏਗਾ। ਡਾਕਟਰ ਨੇ ਸਾਨੂੰ ਲੈਂਸ ਦਿੱਤਾ, ਚਸ਼ਮਾ ਦਿੱਤਾ, ਨਾਲ ਸਾਨੂੰ ਬਿੱਲ ਵੀ ਦਿੱਤਾ। ਅਸੀਂ ਉਹਦਾ ਬਿੱਲ ਵੀ ਪੇ ਕੀਤਾ, ਨਾਲ ਅਸੀਂ ਧੰਨਵਾਦ ਵੀ ਕੀਤਾ। ਤੇ ਫਿਰ ਪੁੱਛਿਆ ਵੀ ਡਾਕਟਰ ਜੀ ਹੁਣ ਅੱਗੋਂ ਤੇ ਲੋੜ ਨਹੀਂ ਪੈਣੀ ਨਾ, ਇਹ ਚਸ਼ਮਾ ਕਾਫੀ। ਉਹ ਕਹਿਣ ਲੱਗਾ ਨਹੀਂ, ਅੱਗੋਂ ਹੁਣ ਚੈੱਕ करांदा रवी, जे नंबर ਵਧੇਗਾ ਤਾਂ ਫਿਰ ਨੰਬਰ ਬਦਲਣਾ ਪਵੇਗਾ, ਆਪਰੇਸ਼ਨ ਕਰਾਉਣਾ ਪਵੇਗਾ, ਕੁਝ ਵੀ। ਸਾਨੂੰ ਡਾਕਟਰ ਜੀ ਦਾ ਧੰਨਵਾਦ ਕਰਨਾ ਚਾਹੀਦਾ। ਹਕੀਕਤ ਹੈ ਕਿ ਦਿਲੋਂ ਧੰਨਵਾਦ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਐਸੀਆਂ ਖੋਜਾਂ ਕੀਤੀਆਂ ਔਰ ਸਾਨੂੰ ਦਵਾਈਆਂ ਜਾਂ ਚਸ਼ਮੇ ਜਾਂ ਹੋਰ ਕੁਝ ਵੀ ਸਹੂਲਤਾਂ ਦਿੱਤੀਆਂ। ਉਹਨਾਂ ਦਾ ਧੰਨਵਾਦ ਕਰਨਾ ਬਣਦਾ ਹੈ, ਕਰਨਾ ਵੀ ਚਾਹੀਦਾ, ਉਹਨਾਂ ਨੂੰ ਬਿੱਲ ਵੀ ਲੈਣਾ ਚਾਹੀਦਾ। ਰੱਬ ਨੇ ਅੱਖਾਂ ਦਿੱਤੀਆਂ, 50 ਸਾਲ ਅਸੀਂ ਵਰਤੀਆਂ, ਨਾ ਤੇ ਉਹਨੇ ਪੈਸਾ ਮੰਗਿਆ ਤੇ ਕਦੀ ਅਸੀਂ ਧੰਨਵਾਦ ਵੀ ਨਹੀਂ ਕੀਤਾ, ਸ਼ੁਕਰਾਨਾ ਵੀ ਨਹੀਂ ਕੀਤਾ। ਹਾਂ ਇਹ ਹੈ ਅਸੀਂ ਇੱਕ ਦੂਜੇ ਵੱਲ ਆਨੇ ਕੱਢ ਕੇ ਵੇਖਿਆ ਹੈ, ਇਹਨਾਂ ਦੀ ਨਜਾਇਜ਼ ਵਰਤੋਂ ਕੀਤੀ, ਉਹ ਗੱਲ ਵੱਖਰੀ। ਇਸ ਲਈ ਰੱਬ ਦਾ ਕੰਮ ਕਿਰਪਾ ਬਣ ਜਾਂਦਾ ਹੈ ਤੇ ਸਾਡੇ ਕੰਮ ਲਾਲਚ ਅਧੀਨ ਕੀਤੇ ਹੋਏ ਜੰਜਾਲ ਬਣ ਜਾਂਦੇ। ਇਸ ਕਾਇਨਾਤ ਦੇ ਅੰਦਰ ਰੱਬ ਦਾ ਕੋਈ ਐਸਾ ਮਨੋਰਥ ਨਹੀਂ ਹੈ ਕਿ ਤੁਸੀਂ ਰੱਬ ਨੂੰ ਕੁਛ ਦਿਓ। ਹੁਣ ਜੇ ਉਹਨੂੰ ਤੁਸੀਂ ਵੱਡਾ ਕਹੋ ਨਾ ਕਹੋ, ਇਹਦੇ ਨਾਲ ਕੁਛ ਲੈਣਾ ਦੇਣਾ ਨਹੀਂ ਹੈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਤਾਂ ਉਸ ਮਾਲਕ ਦਾ ਬੜਾ ਵੱਡਾ ਕਰਨਾ ਹੈ, ਬੜਾ ਵੱਡਾ ਕਿਰਪਾਵਾਨ ਹੈ। ਉਸ ਕਿਰਪਾ ਨੂੰ, ਉਹਦੇ ਕਰਨੇ ਨੂੰ, ਜੋ ਕੁਛ ਉਹਨੇ ਰਚਿਆ ਹੈ, ਉਹਨੂੰ ਲਿਖਿਆ ਨਹੀਂ ਜਾ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਹਾਂ, ਜੇ ਅਸੀਂ ਸ਼ੁਕਰਾਨੇ ਵਿੱਚ ਜੀਵੀਏ, ਜੇ ਉਸ ਕਿਰਪਾ ਨੂੰ ਸਮਝੀਏ ਤਾਂ ਸਾਡੀ ਜ਼ਿੰਦਗੀ ਬਦਲ ਸਕਦੀ, ਸਾਡੇ ਜੀਵਨ ਵਿੱਚ ਸੁੱਖ ਸ਼ਾਂਤੀ ਆ ਸਕਦੀ ਹੈ। ਕਿਵੇਂ? ਜਿਵੇਂ ਮੈਂ ਪਹਿਲਾਂ ਕਈ ਵਾਰ ਵਿਚਾਰ ਕਰ ਬੈਠਾ ਕਿ ਮੇਰੇ ਕੋਲ ਇਹ ਕੱਪੜਾ ਹੈ, ਕੱਪੜਾ ਸਸਤਾ ਹੈ, ਲੇਕਿਨ ਤੁਹਾਡੇ ਮਹਿੰਗੇ ਕੱਪੜੇ ਵੇਖ ਕੇ ਮੇਰੇ ਮਨ 'ਚ ਈਰਖਾ ਪੈਦਾ ਹੋ ਰਹੀ ਹੈ ਕਿ ਮੇਰੇ ਕੋਲ ਐਵੇਂ ਦੇ ਨਹੀਂ, ਮੇਰੇ ਅੰਦਰ ਹੀਨ ਭਾਵਨਾ ਪੈਦਾ ਹੋ ਰਹੀ ਹੈ। ਤਾਂ ਤੁਹਾਡੇ ਵਰਗੇ ਮਹਿੰਗੇ ਲੈਣ ਦੀ ਮੇਰੇ ਕੋਲ ਗੁੰਜਾਇਸ਼ ਨਹੀਂ। ਆ ਜੋ ਮੈਂ ਆਪ ਕਮੀਜ਼ ਪਜਾਮਾ ਪਾਇਆ, ਇਹਦੇ ਤੋਂ ਮੈਂ ਸੰਤੁਸ਼ਟ ਨਹੀਂ, ਤਾਂ ਮੈਂ ਖੁਸ਼ ਨਹੀਂ ਨਾ ਹੋ ਸਕਾਂਗਾ। ਤੇ ਜੇ ਮੈਂ ਸ਼ੁਕਰਾਨਾ ਕਰਾਂ ਕਿ ਹੇ ਪ੍ਰਭੂ ਤੇਰਾ ਸ਼ੁਕਰ ਹੈ ਮੈਨੂੰ ਤਨ ਢੱਕਣ ਵਾਸਤੇ ਬਸਤਰ ਮਿਲੇ ਨੇ, ਨਹੀਂ ਤਾਂ ਇਸ ਦੁਨੀਆ ਵਿੱਚ ਤੇ ਲੋਕ ਨੰਗੇ ਵੀ ਫਿਰਦੇ ਨੇ, ਤਾਂ ਮੇਰੇ ਅੰਦਰ ਤੁਹਾਡੇ ਵਾਸਤੇ ਈਰਖਾ ਔਰ ਜਲਨ ਵੀ ਪੈਦਾ ਨਹੀਂ ਹੋਵੇਗੀ, ਔਰ ਜੋ ਕੁਛ ਮੇਰੇ ਕੋਲ ਹੈ ਉਹਦੇ ਨਾਲ ਮੈਨੂੰ ਸੰਤੁਸ਼ਟੀ ਵੀ ਮਿਲੇਗੀ, ਖੁਸ਼ੀ ਵੀ ਮਿਲੇਗੀ। ਇਸ ਲਈ ਸਾਨੂੰ ਸ਼ੁਕਰਾਨਾ ਕਰਨਾ ਸਿੱਖਣਾ ਚਾਹੀਦਾ ਹੈ। ਯਾਦ ਰੱਖਣਾ, ਜਿਸ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਸ਼ੁਕਰਾਨਾ ਨਹੀਂ ਹੈ, ਉਹ ਬੰਦਾ ਕਦੇ ਸੁਖੀ ਨਹੀਂ ਹੋ ਸਕਦਾ। ਹੁਣ ਇਹਨਾਂ ਦੇਸ਼ਾਂ ਵਿੱਚ ਅਸੀਂ ਦੇਖਦੇ ਹਾਂ ਕਿ ਨਿੱਕੀ ਜਿਹੀ ਕਿਸੇ ਦੀ ਚੀਜ਼ ਵੀ ਡਿੱਗੀ ਹੋਈ ਨਾ, ਉਹਨੂੰ ਫੜਾਈਏ ਤਾਂ ਉਹ ਕਿੰਨੀ ਵਾਰੀ ਥੈਂਕ ਯੂ ਕਹਿੰਦਾ। ਸ਼ੁਕਰਾਨਾ ਸਾਨੂੰ ਇੱਕ ਦੂਜੇ ਦਾ ਧੰਨਵਾਦ ਕਰਨਾ ਚਾਹੀਦਾ। ਤੁਹਾਡੇ ਬੱਚੇ ਨੇ ਲਿਆ ਕੇ ਤੁਹਾਨੂੰ ਚਾਹ ਪਾਣੀ ਫੜਾਇਆ, ਉਹਨੂੰ ਧੰਨਵਾਦ ਕਹੋ।
घर वाली ने रोटी बना के दी है, धन्नवाद कहो। पति कुछ लैके आया है, धन्नवाद कहो। और शुक्र दे अंदर जिंदगी जीवो तो ये जीवन बहुत चंगा हो सकता है। एक कहानी है तो सच्ची, लेकिन मैनू इस बारे पता नहीं भी कित्थों दी सी, मैं सिर्फ पढ़ी सी, इस करके मैं तुहाडे नाल साझी कर रहा। कन्फर्म नहीं किसने लिखी कित्थों दी। कहंदे ने कोई अंग्रेज गया सी इंडिया दे अंदर, ते कुछ लोग किसी दरिया दे उत्ते तीरथ ते नहा रहे सन। ते नहाउंदियां नहाउंदियां एक बच्चा सी, वो तिलक के पानी विच डिग पिया, डूंगा पानी सी। ते ओ अंग्रेज जिहड़ा सी फोटोआं खिच रहा सी लोकां दियां, जां अपणियां, जां देख रहा सी। उन्हें बच्चे दे पिता ने रौला पाया, हाय मेरा बच्चा, हाय मेरा बच्चा। आप नहीं बड़िया ते लोग वेख रहे सन, पर उस गोरे ने कहंदे ने छाल मारी सने अपने कपड़ियां दे और उस बच्चे नूं कढ लिया ते बच्चा उहदे पिता नूं सौंप दिता। पिता ने अपने बच्चे नूं सीने नाल लाया और लैके चला गया, धन्नवाद नहीं किया। वो जो गोरा सी बड़ा परेशान होया, कहन लगा यार देखो किन्ना औखा काम सी, मैं अपने कपड़ियां तक दी परवाह नहीं कीती, इस बंदा किवें कुरला रिहा सी, इहदा बच्चा कढ के लिआंदा ते इहने धन्नवाद भी नहीं किया। किसी ने कोलों कहा भी सज्जना, इन्हां ने ते कदी ओनू धन्नवाद नहीं किया जिन्हें 4 बच्चे इन्हां वास्ते वार दिते सन, ते तेरा इन्हां धन्नवाद कित्थे करना सी। तां जिथे शुकराना नहीं, जिथे किसी दा धन्नवाद नहीं, उत्थे इंसानियत रह नहीं जाती, उत्थे खुशियां रह नहीं जांदियां। तां रब दी रहमत है, बहुत वड्डी है। यह सारा संसार उहदी रहमत ही है, वो आप इहदे अंदर समाया हुआ है, इहदा अंत नहीं पाया जा सकता। लेकिन शुकराना ते कीता जा सकता है, साडी जिंदगी बदल सकती है। अगे कहंदे ने वड्डा दाता तिल ना तमाए, तमाए दा मतलब तमा, बहुत वड्डा है। दाता देण वाला दाता है, दाता दे इवजाने वांगू कुछ मंग नहीं रहा, ते ओनू तिल जिन्ना भी तमा नहीं है, लालच नहीं है, इस करके ओदा हर काम किरपा है। तमा नहीं, लालच नहीं, स्वार्थ नहीं है। जदों जिंदगी दे अंदर स्वार्थ आ जाए ना, उदों जीवन दे अंदर गड़बड़ हो जाती है। इस दुनिया दे अंदर सब तो वड्डा दुश्मन मनुख दा स्वार्थी होना है, सैल्फिश होना है। जिहड़ा स्वार्थी मनुख है ना, वो अपना स्वार्थ पूरा करने वास्ते किसी दूजे नूं किसी भी संकट दे अंदर पा सकता है। वो अपनियां खुशियां वास्ते किसी नूं दुख दिंदा है, वो किसी दे घर नूं उजाड़ के अपना घर वसाना चाहता है, वो किसी दे रोणियां कीरनियां दे विचों अपने वास्ते हासे और मुस्कुराहटां लभदा है। स्वार्थी मनुख किसी दी बेइज्जती विचों अपनी इज्जत पालदा है, किसी दी बर्बादी चों अपनी आबादी पालदा है। और स्वार्थ और मोह करके महाभारत वर्गे वड्डे युद्ध हुंदे हन, जिथे अपने ही अपनियां दा खून बहांदे ने। इसलिए रब दा हर काम किरपा क्यों है कि उन्होंने तमा नहीं है, स्वार्थ नहीं है कोई भी, और ओदी किसी भी चीज नूं स्वार्थ नहीं। इत्थे देखो सेबां दे बाग ने, अंबां दे वृक्ष ने, फुੱਲ ने, फल ने। कदे किसी पेड़ नूं स्वार्थ है कि मैं तुहानूं फल देवांगा ते तुसीं मैनूं धूफ बत्ती दिखाओ जां मैनूं मत्था टेको। बिना स्वार्थ तो पैदा कर रहे ने, खा लो ना खा लो तुहाडी मर्जी, कोई स्वार्थ नहीं है। धरती नूं कोई स्वार्थ नहीं कि तुसीं चंदन दा लेप करो तां तुहानूं फसल देवेगी, बीजो ते खा लो। रब दा हर काम स्वार्थ तो बिना है, तमा तो बिना है, इसलिए उहदा हर काम किरपा है। ते जदों साडे किसी काम दे पिछे स्वार्थ और तमा हुंदा है, उदों वो कर्म जंजाल बन जांदा है, उदों वो कर्म दुखदाई बन जांदा है। साडे मिलवर्तन दे विच भी स्वार्थ, साडे रिश्तियां दे अंदर भी स्वार्थ, तां जरूरत है बिना तमा तो, बिना स्वार्थ तो ਇਹ ਜ਼ਿੰਦਗੀ ਜੀਵੀ ਜਾਏ। ਨਿਸਵਾਰਥ ਭਾਵ ਦੇ ਨਾਲ ਕਿਸੇ ਦੀ ਹੈਲਪ ਕਰੋ, ਕਿਸੇ ਨੂੰ ਮਾਣ ਸਤਿਕਾਰ ਦਿਓ ਨਿਸਵਾਰਥ ਭਾਵਨਾ ਦੇ ਨਾਲ। ਜਦੋਂ ਅਸੀਂ ਸਵਾਰਥ ਰੱਖ ਕੇ ਕਿਸੇ ਦਾ ਮਾਣ ਕਰਦੇ ਹਾਂ ਨਾ, ਤਾਂ ਉਦੋਂ ਸਤਿਕਾਰ ਨਹੀਂ ਰਹਿ ਜਾਂਦਾ, ਉਹ ਚਾਪਲੂਸੀ ਬਣ ਜਾਂਦੀ ਹੈ।
ਤੁਸੀਂ ਦੇਖਿਆ ਹੈ ਲੋਕ ਚਾਪਲੂਸੀ ਕਰਦੇ ਅੱਗੇ ਪਿੱਛੇ ਯੂੰ ਕਰਦੇ ਫਿਰਨਗੇ। ਉਹ ਸਵਾਰ ਔਰ ਬੰਦਾ ਸਮਝਦਾ ਹੈ ਸ਼ਾਇਦ ਮੇਰਾ ਸਤਿਕਾਰ ਕੀਤਾ ਜਾ ਰਿਹਾ। ਪ੍ਰੇਮ ਵੱਖਰੀ ਚੀਜ਼ ਹੈ, ਚਾਪਲੂਸੀ ਵੱਖਰੀ ਚੀਜ਼ ਹੈ। ਚਾਪਲੂਸੀ ਲੋਕ ਕਰਦੇ ਫਿਰਦੇ ਨੇ, ਉਹਦੇ ਨਾਲ ਤੁਹਾਡੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਤੇ ਜਿਹੜਾ ਬੰਦਾ ਚਾਪਲੂਸੀ ਕਰਵਾਉਂਦਾ ਹੈ ਉਹਨੂੰ ਇਮੋਸ਼ਨਲ ਬਲੈਕਮੇਲ ਵੀ ਕਰ ਲਿਆ ਜਾਂਦਾ ਹੈ, ਤੇ ਉਹ ਬੰਦਾ ਕਦੇ ਨਿਆਂ ਵੀ ਨਹੀਂ ਕਰ ਪਾਏਗਾ। ਕਿਉਂਕਿ ਸੱਚੇ ਬੰਦੇ ਨੇ ਚਾਪਲੂਸੀ ਨਹੀਂ ਨਾ ਕਰਨੀ, ਸੱਚਾ ਬੰਦਾ ਪ੍ਰੇਮ ਕਰੇਗਾ। ਮੈਂ ਤੁਹਾਡੇ ਨਾਲ ਪ੍ਰੇਮ ਕਰਾਂ, ਤੁਸੀਂ ਮੇਰੇ ਨਾਲ ਪ੍ਰੇਮ ਕਰੋ, ਇੱਕ ਵੱਖਰੀ ਚੀਜ਼ ਹੈ, ਔਰ ਚਾਪਲੂਸੀ ਕਰਨੀ ਵੱਖਰੀ ਹੈ। ਇਸ ਲਈ ਸਵਾਰਥ ਤੋਂ ਬਿਨਾਂ ਸਹਿਯੋਗ ਕਰੋ ਤਾਂ ਜ਼ਿੰਦਗੀ ਬਦਲ ਸਕਦੀ ਹੈ। ਗੁਰੂ ਜੀ ਅੱਗੇ ਬਚਨ ਕਰਦੇ ਨੇ ਕਿ ਰੱਬ ਦੀ ਕਿਹੜੀ ਕਿਰਪਾ ਹੈ, ਕਿਹੜਾ ਵੱਡਾ ਸੰਸਾਰ ਹੈ, ਕੀਤੇ ਮੰਗਹਿ ਜੋਧ ਅਪਾਰ। ਬੜੇ ਵੱਡੇ ਵੱਡੇ ਯੋਧੇ ਉਹਦੇ ਦਰ ਤੋਂ ਮੰਗ ਰਹੇ ਨੇ, ਦੇਈ ਜਾ ਰਿਹਾ। ਬੜੇ ਵੱਡੇ ਵੱਡੇ ਯੋਧੇ ਹੋ ਗੁਜ਼ਰੇ ਨੇ। ਮੰਗ ਰਹੇ ਦਾ ਮਤਲਬ ਇਹ ਨਹੀਂ ਕਿ ਉਹ ਹੱਥ ਅੱਡ ਕੇ ਮੰਗ ਰਹੇ ਨੇ। ਮੰਗਣ ਦਾ ਮਤਲਬ ਉਹਦੀ ਸੰਸਾਰ ਦੇ ਅੰਦਰੋਂ ਲੈ ਰਹੇ ਨੇ। ਕੋਈ ਵੀ ਐਸਾ ਮਨੁੱਖ ਨਹੀਂ ਨਾ ਜੋ ਇਸ ਸੰਸਾਰ ਤੋਂ ਨਾ ਲੈ ਰਿਹਾ ਹੋਵੇ। ਅਸੀਂ ਜੌਬ ਕਰ ਰਹੇ ਹਾਂ, ਅਸੀਂ ਕਣਕ ਪੈਦਾ ਕਰ ਰਹੇ ਹਾਂ, ਵਪਾਰ ਕਰ ਰਹੇ ਹਾਂ, ਸੰਸਾਰ ਵਿੱਚ ਹੀ ਕਰ ਰਹੇ ਹਾਂ। ਹਰ ਸ਼ੈ ਇਥੋਂ ਹੀ ਲਈ ਜਾ ਰਹੀ ਹੈ। ਜੋ ਵੀ ਅਸੀਂ ਰਚਨਾ ਰਚੀਆਂ ਨੇ, ਮਨੁੱਖ ਨੇ ਆਪਣੀਆਂ ਕਾਢਾਂ ਕੱਢੀਆਂ ਨੇ, ਕੁਦਰਤ ਦੇ ਵਿੱਚੋਂ ਹੀ ਲਿਆ ਹੈ ਸਾਰਾ। ਜੇ ਹਵਾਈ ਜਹਾਜ਼ ਬਣਾਏ ਨੇ ਤਾਂ ਲੋਹਾ ਧਰਤੀ ਤੋਂ ਹੀ ਲਿਆ ਹੈ। ਜੇ ਅਸੀਂ ਮਕਾਨ ਬਣਾਏ ਨੇ ਤਾਂ ਇੱਟਾਂ ਬਣਾਉਣ ਲਈ ਮਿੱਟੀ ਵਗੈਰਾ ਧਰਤੀ ਤੋਂ ਹੀ ਲਈ ਹੈ। ਤਾਂ ਲੈ ਰਹੇ ਨੇ, ਬਲ ਲੈ ਰਹੇ ਨੇ। ਬਹੁਤ ਸਾਰੇ ਯੋਧੇ ਹੋ ਗੁਜ਼ਰੇ ਨੇ, ਤਾਂ ਉਹਨਾਂ ਯੋਧਿਆਂ ਨੂੰ ਬਲ ਕਿੱਥੋਂ ਮਿਲਿਆ? ਸੰਸਾਰ ਤੋਂ ਮਿਲਿਆ। ਰੱਬ ਦੀ ਸੱਤਿਆ ਹੈ ਉਹਨਾਂ ਦੇ ਅੰਦਰ, ਉਹਨਾਂ ਨੇ ਉਸ ਸੱਤਿਆ ਨੂੰ ਯੂਜ਼ ਕੀਤਾ ਹੈ। ਤੇ ਅੱਗੋਂ ਯੋਧੇ ਦੋ ਤਰ੍ਹਾਂ ਦੇ ਨੇ। ਕਈ ਲੋਕ ਤੇ ਅਤਿਆਚਾਰੀ ਨੇ ਨਾ, ਅਸੰਖ ਅਮਰ ਕਰ ਜਾਹੇ ਜ਼ੋਰ, ਆਪਣੇ ਜ਼ੋਰ ਦੇ ਨਾਲ ਇਸ ਦੁਨੀਆ ਤੇ ਹੁਕਮ ਚਲਾ ਜਾਂਦੇ ਨੇ। ਕਿੰਨੇ ਯੋਧੇ ਸ਼ੂਰਵੀਰ ਨੇ ਜਿਨ੍ਹਾਂ ਨੇ ਹਮਲੇ ਕਰ ਕਰਕੇ ਕਿਤਨੀ ਜਨਤਾ ਨੂੰ ਲੁੱਟਿਆ, ਕੁੱਟਿਆ, ਮਾਰਿਆ, ਜਬਰ ਜਨਾਹ ਕੀਤੀਆਂ। ਯੋਧੇ ਤੇ ਉਹ ਵੀ ਸਨ, ਲੇਕਿਨ ਕੁਝ ਯੋਧੇ ਐਸੇ ਸਨ ਜਿਨ੍ਹਾਂ ਨੇ ਜ਼ੁਲਮ ਦੇ ਸਾਹਮਣੇ ਜੋ ਖਲੋ ਗਏ, ਜੋ ਅੜ ਗਏ, ਜਿਨ੍ਹਾਂ ਨੇ ਜ਼ੁਲਮ ਨੂੰ ਖਤਮ ਕੀਤਾ, ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਿਆ। ਯੋਧੇ ਉਹ ਵੀ ਸਨ ਜੋ ਇੰਡੀਆ ਦੇ ਉੱਤੇ ਬਾਹਰੋਂ ਆਣ ਕੇ ਹਮਲੇ ਕਰਦੇ ਰਹੇ। 712 ਦੇ ਅੰਦਰ ਮੁਹੰਮਦ ਬਿਨ ਕਾਸਿਮ ਨੇ ਪਹਿਲਾ ਹਮਲਾ ਕੀਤਾ, ਤੇ ਉਸ ਤੋਂ ਬਾਅਦ ਲਗਾਤਾਰ 1947 ਤੱਕ ਦੇਸ਼ ਗੁਲਾਮ ਰਿਹਾ। ਪਰ ਮਿਸਲਾਂ ਦੇ ਸਮੇਂ, ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਜ਼ੁਲਮ ਦਾ ਟਾਕਰਾ ਹੋਣਾ ਆਰੰਭ ਹੋਇਆ, ਔਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਹਨਾਂ ਜ਼ਾਲਮਾਂ ਦਾ ਟਾਕਰਾ ਕੀਤਾ। ਅੱਗੋਂ ਸਿੱਖਾਂ ਨੇ ਉਹਨਾਂ ਚੀਜ਼ਾਂ ਨੂੰ ਕਿਸ ਢੰਗ ਦੇ ਨਾਲ ਪਛਾੜਿਆ ਔਰ ਇੰਡੀਆ ਨੂੰ ਆਜ਼ਾਦ ਕਰਾਇਆ। ਯੋਧੇ ਉਹ ਵੀ ਸਨ, ਤੇ ਬਲ ਪ੍ਰਭੂ ਦੇ ਦਰ ਤੋਂ ਲੈ ਰਹੇ ਨੇ ਸਾਰੇ। ਤੇ ਜੇਕਰ ਕੋਈ ਯੋਧਾ, ਸੂਰਮਾ ਇਸ ਚੀਜ਼ ਨੂੰ ਫੀਲ ਕਰੇ ਕਿ ਰੱਬ ਦੀ ਕਿਰਪਾ ਹੈ, ਰੱਬ ਦੀ ਰਹਿਮਤ ਹੈ, ਉਹਦੀ ਸੱਤਿਆ ਹੈ, ਉਹ ਇਸ ਦੁਨੀਆ ਵਿੱਚ ਸਮਾਇਆ ਹੋਇਆ ਹੈ, ਤਾਂ ਉਹ ਯੋਧਾ ਸੂਰਮਾ ਅਸਲੀ ਸੂਰਮਾ ਹੋਏਗਾ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕਹੇ। ਮਨੁੱਖੀ ਹੱਕਾਂ ਵਾਸਤੇ ਲੜੇਗਾ, ਮਨੁੱਖੀ ਹੱਕ ਖੋਣ ਵਾਸਤੇ ਨਹੀਂ, ਕਿਸੇ ਦੇ ਹੱਕ ਮਾਰਨ ਵਾਸਤੇ ਨਹੀਂ, ਮਨੁੱਖੀ ਹੱਕ ਦੇਣ ਲਈ। ਭਾਈ ਮਤੀ ਦਾਸ, ਭਾਈ ਸਤੀ ਦਾਸ ਕਿੱਡੇ ਵੱਡੇ ਯੋਧੇ ਨੇ ਜੋ ਹਿਊਮਨ ਰਾਈਟਸ ਵਾਸਤੇ ਆਪਣੇ ਆਪ ਨੂੰ ਆਰਿਆਂ ਦੇ ਨਾਲ ਚਿਰਾ ਲੈਂਦੇ। ਤਾਂ ਇਹ ਕਿਰਪਾ ਹੈ, ਰਹਿਮਤ ਬਰਸ ਰਹੀ ਹੈ, ਉਹਦੀ ਸੱਤਿਆ, ਉਹਦੀ ਤਾਕਤ, ਉਹਦੇ ਸਿਸਟਮ ਦੇ ਅੰਦਰ ਸਾਰਾ ਕੁਝ ਹੋ ਰਿਹਾ। ਕੀਤਿਆਂ ਗਣਤ ਨਹੀਂ ਵਿਚਾਰ। ਕਿੰਨੇ ਐਸੇ ਲੋਕ ਨੇ ਜਿਨ੍ਹਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ, ਜੋ ਵਿਚਾਰ ਵਿੱਚ ਵੀ ਨਹੀਂ ਆਉਂਦੇ। ਕਿ ਕਿੰਨੇ ਕੁ ਲੋਕ ਇੱਥੋਂ ਮੰਗ ਰਹੇ ਨੇ, ਕਿੰਨੇ ਕਸੂਰਮੇ ਹੋ ਗੁਜ਼ਰੇ ਨੇ, ਕਿੰਨੀ ਕੁ ਰਹਿਮਤ ਹੋ ਰਹੀ ਹੈ, ਕਿੰਨੀਆਂ ਬਖਸ਼ਿਸ਼ਾਂ ਹੋ ਰਹੀਆਂ ਨੇ, ਕਿੰਨੇ ਲੋਕ ਵਿਚਾਰਾਂ ਕਰ ਰਹੇ ਨੇ, ਵਿਚਾਰਵਾਨ ਨੇ। ਇਹਨਾਂ ਚੀਜ਼ਾਂ ਦਾ ਅੰਤ ਨਹੀਂ ਪਾਇਆ ਜਾਂਦਾ। ਪਰ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਇਸ ਦੁਨੀਆ ਦੇ ਅੰਦਰ ਸਾਰੇ ਲੋਕ ਚੰਗੇ ਹੀ ਨਹੀਂ ਹਨ। ਰੱਬ ਦੀ ਰਹਿਮਤ ਚਾਰ ਚੁਫੇਰੇ ਬਰਸ ਰਹੀ ਹੈ, ਚੰਗਿਆਈਆਂ ਹਰ ਥਾਂ ਤੇ ਬਰਸ ਰਹੀਆਂ ਨੇ, ਹਰ ਥਾਂ ਤੇ ਪ੍ਰਸੰਨਤਾ ਬਰਸ ਰਹੀ ਹੈ, ਖੁਸ਼ੀਆਂ ਬਰਸ ਰਹੀਆਂ ਨੇ। ਔਰ ਜਿੰਨੇ ਵੀ ਅਸੀਂ ਵੀਰ ਭੈਣਾਂ ਇੱਕ ਦੂਜੇ ਨਾਲ ਵਿਚਾਰ ਕਰ ਰਹੇ ਹਾਂ ਬੈਠ ਕੇ, ਸਾਡੇ ਸਾਰਿਆਂ ਦੇ ਅੰਦਰ ਗੁਣ ਮੌਜੂਦ ਨੇ, ਖੁਸ਼ੀਆਂ ਮੌਜੂਦ ਨੇ,
ਆਨੰਦ ਮੌਜੂਦ ਹੈ, ਖੇੜਾ ਪ੍ਰਸੰਨਤਾ ਮੌਜੂਦ ਹੈ, ਇਨਸਾਨੀਅਤ ਮੌਜੂਦ ਹੈ। ਅਸੀਂ ਸਾਰੇ ਉਸ ਰੱਬ ਦਾ ਹੀ ਤੇ ਰੂਪ ਹਾਂ, ਲੇਕਿਨ ਅਸੀਂ ਇਸ ਚੀਜ਼ ਨੂੰ ਜਾਣ ਨਹੀਂ ਨਾ ਪਾਏ। ਬਖਸ਼ਿਸ਼ ਨੂੰ, ਬਖਸ਼ਿਸ਼ ਤਾਂ ਸਾਰਿਆਂ ਤੇ ਹੈ, ਪਰ ਉਹਨੂੰ ਯੂਜ ਨਹੀਂ ਕੀਤਾ। ਤਾਂ ਗੁਰੂ ਜੀ ਕਹਿੰਦੇ ਨੇ, ਕੇਤੇ ਖੱਪ ਟੁੱਟੇ ਬੇਕਾਰ। ਰੱਬ ਦੀਆਂ ਇੰਨੀਆਂ ਰਹਿਮਤਾਂ ਬਰਸਦਿਆਂ ਹੋਇਆਂ ਵੀ ਕਿਤਨੇ ਲੋਕ ਐਸੇ ਨੇ ਜੋ ਵਿਕਾਰਾਂ ਦੇ ਅੰਦਰ ਹੀ ਖੱਪ ਕੇ ਟੁੱਟ ਜਾਂਦੇ ਨੇ, ਮਰ ਜਾਂਦੇ ਨੇ, ਵਿਕਾਰਾਂ ਵਿੱਚ ਹੀ ਖੱਪਦੇ ਨੇ ਪਏ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਜੇ ਹੋਰ ਕੁਛ ਨਹੀਂ ਤੇ ਬੈਠੇ ਕਿਸੇ ਦੀ ਨਿੰਦਿਆ ਹੀ ਕਰ ਰਹੇ ਨੇ। ਜੇ ਕੋਲ ਕੋਈ ਨਹੀਂ ਆਇਆ ਤੇ ਕਿਸੇ ਨੂੰ ਫੋਨ ਹੀ ਮਿਲਾ ਲਿਆ ਹੈ, ਫੋਨ ਹੀ ਮਿਲਾ ਲਿਆ, ਹੋਰ ਨਹੀਂ ਤੇ WhatsApp ਤੇ ਮਿਲਾ ਲਿਆ। ਹੁਣ ਫ੍ਰੀ ਕਾਲ ਤਾਂ ਹੈ ਹੀ ਹੈ, ਕਿਉਂਕਿ ਪੈਸੇ ਤੇ ਭਰੇ ਹੀ ਨੇ, ਤੇ ਇਹਨੂੰ ਪੂਰਾ ਕਰੀਏ ਤੇ ਮਿੱਟੀ ਕੁੱਟੀਏ। ਕਿਸੇ ਨਿੰਦਿਆ ਦੇ ਵਿੱਚ ਟੁੱਟ ਰਹੇ ਨੇ, ਖੱਪ ਰਹੇ ਨੇ। ਕੁਛ ਲੋਕ ਐਸੇ ਨੇ, ਦੇਖੋ ਆਪਣੇ ਇਹਨਾਂ ਦੇਸ਼ਾਂ ਵਿੱਚ ਜਿੱਥੇ ਡਿਵੈਲਪ ਕੰਟਰੀਜ਼ ਨੇ, ਪਰ ਇੱਥੇ ਵੀ ਅਸੀਂ ਦੇਖਦੇ ਹਾਂ ਡਰੱਗੀ ਲੋਕ ਕਿਵੇਂ ਰੌਲਾ ਪਾ ਰਹੇ ਨੇ, ਆਪਣੀ ਜ਼ਿੰਦਗੀ ਨੂੰ ਬਰਬਾਦ, ਨਸ਼ਿਆਂ ਦੇ ਅੰਦਰ ਹੀ ਖੱਪ ਗਏ ਨੇ, ਆਪਣੀਆਂ ਪ੍ਰੋਪਰਟੀਆਂ ਖਤਮ ਕਰ ਲਈਆਂ ਨੇ, ਬੱਚਿਆਂ ਦੀਆਂ ਜਾਇਦਾਦਾਂ ਖਰਾਬ ਕਰ ਗਏ ਨੇ, ਆਪਣੀ ਜਾਇਦਾਦ ਰੋਲ ਲਈ ਹੈ, ਸਿਹਤ ਰੋਲ ਲਈ ਹੈ, ਵਿਕਾਰ ਦੇ ਅੰਦਰ ਨਸ਼ਿਆਂ ਦੇ ਕਾਰਨ। ਕਿਤਨੇ ਲੋਕ ਨੇ ਜੋ ਉੱਚੇ ਆਚਰਣ ਨੂੰ ਛੱਡ ਕੇ ਵਿਚਾਰ ਹੀ ਕਮਾ ਰਹੇ ਨੇ, ਪਰਤਰੇ ਪਰ ਤਨ ਰੂਪ ਨੂੰ ਹੀ ਤੱਕਣ ਦੇ ਅੰਦਰ ਮਸ਼ਗੂਲ। ਕਿਤਨੇ ਲੋਕ ਨੇ ਜੋ ਵੈਰ ਵਿਰੋਧ ਹੀ ਕਰ ਰਹੇ ਨੇ, ਈਰਖਾ ਦੁਐਸ਼। ਕਿੰਨੇ ਲੋਕ ਨੇ ਜੋ ਬੇਗਾਨੇ ਹੱਕ ਕਿਸੇ ਨਾ ਕਿਸੇ ਢੰਗ ਦੇ ਨਾਲ ਖਾ ਰਹੇ ਨੇ। ਕਿਤਨੇ ਲੋਕ ਨੇ ਜਿਨ੍ਹਾਂ ਨੇ ਆਪਣੇ ਘਰਾਂ ਨੂੰ ਹੀ ਯੁੱਧ ਦਾ ਅਖਾੜਾ ਬਣਾਇਆ ਹੋਇਆ ਹੈ, ਪਤੀ ਪਤਨੀ ਹੀ ਕੁਰੂਕਸ਼ੇਤਰ ਦਾ ਮੈਦਾਨ ਬਣਾਈ ਬੈਠੇ। ਪਤੀ ਰਸੋਈ ਦੇ ਅੰਦਰ ਭਾਂਡੇ ਭੰਨਦੀ ਹੈ, ਪਿਆ ਪਈ ਆ ਦਾਲ, ਸਿਆਪਾ ਨਹੀਂ ਹੁੰਦਾ ਮੇਰੇ ਤੋਂ, ਪਤੀ ਨੇ ਉਹ ਮਾਰਿਆ ਚੁੱਕ ਕੇ ਤੇ ਟੈਲੀਵਿਜ਼ਨ ਭੰਨਿਆ ਹੋਇਆ ਹੈ। ਘਰ ਨੂੰ ਯੁੱਧ ਦਾ ਅਖਾੜਾ ਬਣਾਈ, ਟੁੱਟ ਰਹੇ ਨੇ, ਖੱਪ ਰਹੇ ਨੇ, ਖਾਮ ਖਾਈ ਹੋ ਰਿਹਾ ਨਾ ਐਸਾ। ਕਈ ਲੋਕ ਨੇ ਕ੍ਰੋਧ ਦੇ ਅੰਦਰ ਹੀ ਖੱਪੀ ਜਾ ਰਹੇ ਨੇ। ਕਿਸੇ ਨੇ ਨਿੱਕੀ ਜਿਹੀ ਗੱਲ ਕਹਿ ਦਿੱਤੀ, ਉਹ ਤੇ ਚਲਾ ਗਿਆ, ਲੇਕਿਨ ਜਿਹਨੇ ਸੁਣੀ ਹੈ ਉਹਦਾ ਪੌਣਾ ਘੰਟਾ ਹੁਣ ਖੱਪੀ ਜਾ ਰਿਹਾ ਹੈ। ਉਹਦੀਆਂ ਤਿਊੜੀਆਂ ਚੜੀਆਂ ਨੇ, ਅੱਖਾਂ ਲਾਲ ਹੋਈਆਂ ਨੇ, ਉੱਚੀ ਉੱਚੀ ਬੋਲ ਰਿਹਾ ਹੈ, ਟੱਪਦਾ ਹੈ ਪਿਆ ਕਦੇ ਇੱਧਰ ਕਦੇ ਇੱਧਰ, ਆਪਣਾ ਬਲੱਡ ਪ੍ਰੈਸ਼ਰ ਹਾਈ ਕਰ ਲਿਆ ਹੈ, ਆਪਣੇ ਹੀ ਸੈੱਲ ਸਾੜੀ ਜਾ ਰਹੇ, ਖੱਪ ਰਹੇ ਨੇ ਨਾ। ਕਿੰਨੇ ਲੋਕ ਨੇ ਜੋ ਨਿੰਦਾ ਵਿੱਚ ਖੱਪ ਰਹੇ ਨੇ, ਚੁਗਲੀ ਵਿੱਚ ਖੱਪ ਰਹੇ ਨੇ, ਵਿਕਾਰਾਂ ਵਿੱਚ ਖੱਪ ਰਹੇ ਨੇ, ਕ੍ਰੋਧ ਦੇ ਅੰਦਰ ਖਚਤ ਨੇ, ਮੋਹ ਵਿੱਚ ਖਚਤ ਨੇ, ਵੈਰ ਵਿਰੋਧ ਵਿੱਚ ਖਚਤ ਨੇ। ਕਿੰਨੇ ਲੋਕ ਨੇ ਜੋ ਵਿਕਾਰਾਂ ਵਿੱਚ ਖਚਤ ਨੇ, ਔਰ ਪੂਰੀ ਦੁਨੀਆ ਇੱਕ ਦੂਜੇ ਦਾ ਨੁਕਸਾਨ ਕਰੀ ਜਾ ਰਹੀ ਹੈ। ਮੈਂ ਦੁੱਧ ਵੇਚਣ ਵਾਸਤੇ ਜਾ ਰਿਹਾ ਤੇ ਮੈਂ ਦੁੱਧ ਦੇ ਵਿੱਚ ਕੈਮੀਕਲ ਦਾ ਦੁੱਧ ਬਣਾ ਲਿਆ, ਤੇ ਮੈਂ ਸੋਚ ਰਿਹਾ ਮੈਂ ਕਿਹੜਾ ਆਪਣੇ ਬੱਚਿਆਂ ਨੂੰ ਪਿਆ, ਆਪਣੇ ਬੱਚਿਆਂ ਨੂੰ ਤੇ ਤਾਜ਼ਾ ਦੁੱਧ ਦੇ ਰਿਹਾ ਮੱਝ ਦਾ, ਮੇਰੇ ਬੱਚਿਆਂ ਨੇ ਥੋੜੀ ਬਿਮਾਰ ਹੋਣਾ, ਦੂਜਿਆਂ ਦੇ ਨੇ ਹੋਣਾ। ਮੈਂ ਤੇ ਇਹ ਸਮਝ ਲਿਆ, ਤੇ ਸਬਜ਼ੀ ਵਾਲੇ ਨੂੰ ਦੁੱਧ ਦੇ ਆਇਆ, ਤੇ ਸਬਜ਼ੀ ਵਾਲੇ ਨੇ ਅੱਗੇ ਸਬਜ਼ੀਆਂ ਨੂੰ ਟੀਕੇ ਲਾਏ ਨੇ। ਉਹ ਕਹਿੰਦਾ ਮੈਂ ਤੇ ਆਪਣੇ ਬੱਚਿਆਂ ਵਾਸਤੇ ਤਾਜ਼ਾ ਰੱਖੀਆਂ ਨੇ, ਥੋੜੀ ਦੁੱਧ ਵਾਲਾ ਲੈ ਕੇ ਜਾ ਰਿਹਾ ਨਾ। ਇੰਜੀਨੀਅਰ ਨੇ ਡਾਕਟਰ ਦਾ ਮਕਾਨ ਬਣਾਇਆ ਤੇ ਉੱਥੋਂ ਕੋਈ 4 ਕੱਟੇ ਵੇਚ ਲਏ ਸੀਮਿੰਟ ਦੇ, ਤੇ ਡਾਕਟਰ ਨੇ ਇੰਜੀਨੀਅਰ ਨੂੰ ਪਾਣੀ ਦਾ ਟੀਕਾ ਲਾ ਦਿੱਤਾ। ਮੇਰੇ ਕਹਿਣ ਦਾ ਭਾਵ ਇਹ ਨਹੀਂ ਕਿ ਸਾਰੇ ਲੋਕ ਐਵੇਂ ਕਰ ਰਹੇ ਨੇ, ਯਾਨੀ ਹਰ ਬੰਦਾ ਦੂਜੇ ਦਾ ਨੁਕਸਾਨ ਕਰੇਗਾ ਨਾ, ਵਿਕਾਰਾਂ ਦੇ ਵਿੱਚ ਜਿਹੜਾ ਵੀ ਖਚਤ ਹੋਏਗਾ। ਕੇਤੇ ਖੱਪ ਟੁੱਟੇ ਵਿਕਾਰ, ਕਿਤਨੇ ਲੋਕ ਨੇ ਜੋ ਵਿਕਾਰਾਂ ਦੇ ਅੰਦਰ ਖੱਪ ਕੇ ਮਰੀ ਜਾ ਰਹੇ ਨੇ ਆਤਮਿਕ ਮੌਤ ਤੇ। ਕੇਤੇ ਲੈ ਮੁੱਕਰ ਪਾਹੇ, ਕਿੰਨੇ ਲੋਕ ਨੇ ਜਿਹੜੇ ਲੈ ਕਿਤੇ ਮੁੱਕਰ ਜਾਂਦੇ ਨੇ। ਹੁਣ ਇਹ ਪੰਕਤੀਆਂ ਨੂੰ ਕਈ ਵਾਰੀ ਅਸੀਂ ਗਲਤ ਲੋਕ ਵਰਤਦੇ ਨੇ ਵੀ ਲੈ ਮੁੱਕਰ ਪਾਹੇ, ਤੇ ਇਸ ਤਰ੍ਹਾਂ ਐਵੇਂ ਕਦੇ ਵੀ ਗੁਰਬਾਣੀ ਨੂੰ ਲੈ ਕੇ ਮਜ਼ਾਕ ਨਾ ਬਣਾਇਆ ਜਾਏ, ਔਰ ਉਹਨੂੰ ਸਹੀ ਰੂਪ ਦੇ ਅੰਦਰ ਸਮਝਿਆ ਜਾਏ। ਕਿੰਨੇ ਹੀ ਲੋਕ ਨੇ ਜਿਹੜੇ ਲੈ ਕੇ ਮੁੱਕਰ ਪੈਂਦੇ ਨੇ, ਰੱਬ ਤੋਂ ਲਿਆ ਤੇ ਮੁੱਕਰ ਗਏ। ਮੁੱਕਰਨ ਦਾ ਮਤਲਬ ਕਿ ਹਰ ਟਾਈਮ ਗਿਲਾ ਸ਼ਿਕਵਾ ਕਿ ਮੈਨੂੰ ਕੁਛ ਨਹੀਂ ਮਿਲਿਆ, ਮੇਰੀ ਯੋਗਤਾ ਦੇ ਮੁਤਾਬਕ ਮੈਨੂੰ ਨੌਕਰੀ ਨਹੀਂ ਮਿਲੀ, ਮੇਰੀ ਪਰਸਨੈਲਿਟੀ ਦੇ ਮੁਤਾਬਕ ਮੈਂ ਗਿਆ ਸਾਂ ਵਿਆਹ ਦੇ ਵਿੱਚ, ਉਹਨਾਂ ਨੇ ਮੇਰਾ ਸਤਿਕਾਰ ਹੀ ਨਹੀਂ ਕੀਤਾ, ਮੇਰੇ ਮੁਤਾਬਕ ਮੈਨੂੰ ਮੇਰੀ ਘਰ ਵਾਲੀ ਨਹੀਂ ਮਿਲੀ, ਘਰ ਵਾਲੀ ਕਹਿ ਰਹੀ ਹੈ ਮੇਰੇ ਮੁਤਾਬਕ ਮੈਨੂੰ ਘਰ ਵਾਲਾ ਨਹੀਂ ਮਿਲਿਆ। ਜੇ ਮਿਲ ਜਾਂਦਾ ਫਿਰ ਕੀ ਕਰ ਲੈਣਾ ਸੀ। ਜਿਨ੍ਹਾਂ ਨੂੰ ਮਿਲਿਆ ਉਹ ਦੇਖ ਲਓ। ਉਹ ਇੱਕ ਬੰਦਾ ਕਹਿ ਰਿਹਾ ਸੀ, ਕਹਿੰਦਾ ਜਿਨ੍ਹਾਂ ਦੀ ਅਰੇਂਜ ਮੈਰਿਜ ਹੁੰਦੀ ਹੈ ਨਾ, ਉਹ ਸਾਰੀ ਜ਼ਿੰਦਗੀ ਕਲਪਦੇ ਨੇ, ਤੇ ਆਂਦਾ ਜਿਨ੍ਹਾਂ ਦੀ ਲਵ ਮੈਰਿਜ ਆਂਦਾ ਕੁੱਤੇ ਖਾਣੀ ਉਹਨਾਂ ਦੀ ਹੁੰਦੀ ਹੈ, ਪਰ ਉਹ ਦੱਸਦੇ ਨਹੀਂ, ਕਲਪਦੇ ਉਹ ਵੀ।
गल तां जरूरत है समझण दी, मुकर जांदे ने ना शुक्रे ने, गिला ना शुक्रे, इत्थे ले ले मुकर पैंदा मतलब ना शुक्रे, शुक्र नहीं है, धन्नवाद नहीं, शरीर मिलिया इहदा धन्नवाद नहीं, बच्चे मिले उहदा धन्नवाद, प्रॉपर्टी दा धन्नवाद नहीं। एक वस्त कारण बिखोट गवावे, 10 वस्तु ले पाछे पावे। जिहड़ियां 10 वस्तुआं मिलियां ने उन्हां दा शुकराना नहीं, ਜਿਹੜੀ ਇੱਕ ਮਿਲੀ ਨਹੀਂ ਉਹਦੇ ਕਰਕੇ ਵਿਸ਼ਵਾਸ ਗਵਾ ਲਿਆ ਵੀ ਰੱਬ ਨੇ ਮੈਨੂੰ ਕੀ ਕੱਖ ਵੀ ਨਹੀਂ। ਤਾਂ ਇਹਨੂੰ ਕਹਿੰਦੇ ਨੇ ਮੁੱਕਰਨਾ। ਕਿੰਨਾ ਕੁਛ ਮਿਲਿਆ ਹੈ ਇਸ ਦੁਨੀਆ ਵਿੱਚ, ਕਿੰਨਾ ਕੁਛ ਮਿਲ ਰਿਹਾ ਹੈ। ਸੂਰਜ ਦੀ ਚਾਨਣੀ ਮਿਲ ਰਹੀ ਹੈ, ਚੰਦਰਮਾ ਦੀ ਚਾਨਣੀ ਮਿਲ ਰਹੀ ਹੈ, ਹਵਾ ਮਿਲ ਰਹੀ ਹੈ, ਪਾਣੀ ਮਿਲ ਰਿਹਾ ਹੈ, ਧਰਤੀ ਮਿਲੀ ਹੈ, ਗ੍ਰਹਿ ਨਕਸ਼ਤਰ ਤਾਰੇ ਮਿਲੇ ਨੇ, फल मिले ने, फुल मिले ने, वनस्पति है, पशु पंछी ने, माँ बाप ने, बहन भरा है, जमीन जायदाद है, धन दौलत है, अखा ने, कान ने, किन्ना वड्डा ब्रह्मंड मिले है, लेकिन बंदा मुकर रहा है। ये मनमुखता दी निशानी, शुकराना ना करना। गुरु जी दा पावन वचन है, मनमुख दी निशानी की है, देंदे थावों दिता चंगा, मनमुख ऐसा जानिए, सुरत मत चतुराई ताकी क्या कर आखो। देन वाले नालों दित्ती चीज चंगी समझते ने, ये मनमुखता दी निशानी है। दात प्यारी विसरिया दातारा, जिहड़ी गिफ्ट दित्ती है ना वो बड़ी प्यारी है। कोई साडा सज्जन मित्र घर आया ते साडे वास्ते कीमती नवा मॉडल आईपैड लैके आया, ते आईपैड दे नाल हुण असीं रुझ गए हां ਤੇ ਜਿਹਨੇ ਆਈਪੈਡ ਦਿੱਤਾ ਉਹਨੂੰ ਚਾਹ ਵੀ ਨਹੀਂ ਪੁੱਛ ਰਹੇ, ਹੁਣ ਕਹਿ ਰਹੇ ਆ ਵੀ ਜਾਵੇ ਤੇ ਅਸੀਂ ਇਹਨੂੰ ਯੂਜ਼ ਕਰੀਏ। ਉਹਦਾ ਕੋਈ ਸ਼ੁਕਰਾਨਾ ਨਹੀਂ, ਕੋਈ ਧੰਨਵਾਦ ਨਹੀਂ। ਦੇਣ ਵਾਲੇ ਨਾਲੋਂ ਦਿੱਤੀ ਹੋਈ ਚੀਜ਼ ਚੰਗੀ ਲੱਗਦੀ ਹੈ, ਦੇਣ ਵਾਲਾ ਭੁੱਲ ਜਾਂਦਾ ਹੈ। ਇਹ ਹੈ ਮਨਮੁਖਤਾ ਦੀ ਨਿਸ਼ਾਨੀ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਿਸ ਦਾਤੇ ਨੇ ਇੰਨੀਆਂ ਦਾਤਾਂ ਦਿੱਤੀਆਂ ਉਹ ਭੁੱਲ ਗਿਆ, ਦਾਤਾਂ ਯੂਜ਼ ਕਰ ਰਹੇ ਆ, ਸੱਚ ਭੁੱਲ ਗਿਆ, ਨਿਰਵੈਰਤਾ ਭੁੱਲ ਗਈ, ਨਿਰਭੈਤਾ ਭੁੱਲ ਗਈ, ਦਇਆ ਭੁੱਲ ਗਈ, ਪ੍ਰੇਮ ਭੁੱਲ ਗਿਆ, ਉਹਦੇ ਗੁਣ ਭੁੱਲ ਗਏ। ਦਾਤਾਂ ਪਿਆਰੀਆਂ, ਕਾਸ਼ ਦਾਤਾ ਯਾਦ ਹੁੰਦਾ, ਉਹਦੇ ਗੁਣ ਯਾਦ ਹੁੰਦੇ, ਰਜ਼ਾ ਯਾਦ ਹੁੰਦੀ, ਭਾਣਾ ਯਾਦ ਹੁੰਦਾ, ਉਸ ਭਾਣੇ ਦੇ ਅੰਦਰ ਜ਼ਿੰਦਗੀ ਬਿਤਾਉਂਦੇ ਨਿਯਮਾਂ ਦੇ ਅੰਦਰ। ਇਹਨੂੰ ਅਸੀਂ ਐਵੇਂ ਹੋਰ ਸਮਝ ਸਕਦੇ ਹਾਂ, ਨੇੜੇ ਕਰਕੇ ਪਰਿਵਾਰਕ ਜ਼ਿੰਦਗੀ ਵਿੱਚ ਦਾਦੀ ਆਪਣੇ ਪੋਤੇ ਦੇ ਨਾਲ ਬਹੁਤ ਪਿਆਰ ਕਰਦੀ ਹੈ, ਪੋਤੇ ਨੂੰ ਪੋਤੀ ਨੂੰ ਗੋਦ ਵਿੱਚ ਲੈਂਦੀ ਏ, ਜੱਫੀਆਂ ਪਾਉਂਦੀ ਏ, ਮੂੰਹ ਮੱਥਾ ਚੁੰਮਦੀ ਏ, ਚੂਰੀਆਂ ਕੁੱਟ-ਕੁੱਟ ਕੇ ਪੋਤੀ ਪੋਤਿਆਂ ਨੂੰ ਖਵਾਉਂਦੀ ਏ, ਪਿੱਛੇ ਭੱਜੀ ਫਿਰਦੀ ਏ। ਇਹ ਉਹਦਾ ਹੱਕ ਵੀ ਹੈ, ਉਹਦਾ ਫਰਜ਼ ਵੀ ਹੈ। ਪੋਤੀਆਂ ਪੋਤੇ ਬਹੁਤ ਚੰਗੇ ਲੱਗਦੇ ਨੇ, ਪਰ ਜਿਹੜੀ ਨੂੰਹ ਨੇ ਉਹਨਾਂ ਪੋਤੀਆਂ ਪੋਤਿਆਂ ਨੂੰ ਜਨਮ ਦਿੱਤਾ, ਕਾਣੀ ਅੱਖੇ ਉਹਨੂੰ ਵੇਖ ਕੇ ਰਾਜੀ ਨਹੀਂ, ਉਹ ਭੈੜੀ ਲੱਗਦੀ। ਇਹਨੂੰ ਕਹਿੰਦੇ ਨੇ ਮਨਮੁਖਤਾ। ਦੇਂਦੇ ਥਾਵੋਂ ਦਿੱਤਾ ਚੰਗਾ, ਜਿਸ ਨੂੰਹ ਨੇ ਜਨਮ ਦਿੱਤਾ ਉਹਨੂੰ ਵੇਖ ਕੇ ਨਹੀਂ ਰਾਜੀ, ਪੋਤਰੀਆਂ ਪੁੱਤਰ। ਪਤਨੀ ਆਪਣੇ ਪਤੀ ਨਾਲ ਬਹੁਤ ਪਿਆਰ ਕਰਦੀ, ਉਹਦੇ ਨਾਲ ਹਰ ਵਕਤ ਰਹਿਣਾ ਚਾਹੁੰਦੀ ਹੈ, ਖਾਣਾ ਪੀਣਾ ਚਾਹੁੰਦੀ ਹੈ, ਘੁੰਮਣਾ ਚਾਹੁੰਦੀ ਹੈ। ਇਹ ਉਹਦਾ ਹੱਕ ਵੀ ਹੈ, ਫਰਜ਼ ਵੀ ਹੈ। ਪਤੀ ਨਾਲ ਪਤਨੀ ਪਿਆਰ ਕਰਦੀ ਹੈ, ਪਰ ਜਿਹੜੀ ਸੱਸ ਨੇ ਪਤੀ ਨੂੰ ਜਨਮ ਦਿੱਤਾ ਹੈ, ਸੱਸ ਨੂੰ ਵੇਖਣਾ ਨਹੀਂ ਚਾਹੁੰਦੀ, ਬੁੱਢੜੀ ਜਿੰਦੀ ਛੇਤੀ ਮਰੇ ਤੇ ਠੀਕ। ਇਹਨੂੰ ਕਹਿੰਦੇ ਨੇ ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ। ਇਹਨੂੰ ਕਹਿੰਦੇ ਨੇ ਕੇਤੇ ਲੈ ਲੈ ਮੁੱਕਰ ਪਾਹੇ। ਕਿੰਨੇ ਹੀ ਲੋਕ ਨੇ ਜਿਹੜੇ ਨਾ ਸ਼ੁਕਰੇ ਨੇ, ਜਿਹੜੇ ਇੰਨੀਆਂ ਸਹੂਲਤਾਂ ਮਾਣ ਕੇ ਵੀ ਮੁੱਕਰ ਜਾਂਦੇ ਨੇ ਵੀ ਸਾਡੇ ਕੋਲ ਕੁਛ ਨਹੀਂ, ਤੇ ਉਹ ਲੋਕ ਰੋਗਾਂ ਦਾ ਸ਼ਿਕਾਰ ਹੋ ਹੀ ਜਾਂਦੇ ਨੇ। ਦੇਖੋ ਕਿੰਨਾ ਕੁਛ ਮਿਲਿਆ, ਜੋ ਮਿਲਿਆ ਹੈ ਉਹਦੇ ਬਾਰੇ ਗਿਣਤੀ ਕਰੋ ਭਲਾ ਕਿੰਨਾ ਕੁਛ। ਬਚਪਨ ਮਿਲਿਆ, ਜਵਾਨੀ ਮਿਲੀ, ਬੱਚੇ ਮਿਲੇ, ਘਰ ਮਿਲਿਆ, ਖਾਣ ਪਾਣ ਨੂੰ ਇੰਨਾ ਕੁਛ ਮਿਲਿਆ। ਤੇ ਜੇ ਇੱਕ ਦੀ ਚੀਜ਼ ਨਹੀਂ ਮਿਲੀ, ਕਾਰ ਨਹੀਂ ਤੇ ਕੋਈ ਗੱਲ ਨਹੀਂ, ਸਾਈਕਲ ਸੀ। ਤਾਂ ਅਗਲਾ ਬਚਨ ਕਰਦੇ ਨੇ ਕੇਤੇ ਮੂਰਖ ਖਾਹੀ ਖਾਹੇ। ਖਾਹੀ ਖਾਹੇ ਦਾ ਮਤਲਬ ਖਾਈ ਖਾਈ ਜਾ ਰਹੇ ਨੇ, ਕੁਛ ਬੇਸ਼ੁਕਰੇ ਨੇ ਔਰ ਕੁਛ ਖਾਈ ਜਾ ਰਹੇ ਨੇ, ਮੂਰਖ। ਹੁਣ ਮੂਰਖ ਬਾਰੇ ਮੈਂ ਪਹਿਲਾਂ ਵਿਚਾਰ ਇੱਕ ਦੋ ਵਾਰੀ ਕਰ ਚੁੱਕਾ, ਲੇਕਿਨ ਫਿਰ ਮੈਂ ਥੋੜਾ ਜਿਹਾ ਵਿਚਾਰ ਕਰਦੇ ਹਾਂ ਕਿ ਉਹ ਸ਼ਬਦ ਆਇਆ ਹੈ, ਜਿੰਨੀ ਵਾਰੀ ਵਿਚਾਰਿਆ ਜਾਏ ਠੀਕ ਹੈ, ਕਿਉਂਕਿ ਜੇ ਸਾਡੇ ਵਿੱਚ ਕਿਤੇ ਕਮੀ ਪੇਸ਼ੀ ਹੋਏ ਤੇ ਅਸੀਂ ਦੂਰ ਕਰ ਸਕਦੇ ਹਾਂ। ਮੂਰਖ, ਮੂੰਹ ਰੱਖ, ਜਿਨ੍ਹਾਂ ਨੇ ਮੂੰਹ ਹੀ ਮੂੰਹ ਰੱਖਿਆ ਹੈ, ਕਥਨੀ ਹੈ, ਮੇਰੇ ਵਾਂਗੂ ਗੱਲਾਂ ਬਹੁਤ ਕਰਦੇ ਨੇ ਪਰ ਅਮਲ ਨਹੀਂ। ਕਰਨੀ ਔਰ ਕਥਨੀ ਦਾ ਫਰਕ ਹੈ, ਉਹ ਮੂਰਖ। ਦੂਜਾ ਮੂਰਖ ਮੂੰਹ ਰੱਖ,
जिन्हें मूंह ही मूंह रखिया खा रहा है, कर कुछ नहीं रहा, संसार नूं देण कुछ नहीं समाज नूं। तीजा मूर्ख मूंह रखदा है सच नूं सच नहीं कहंदा, झूठ नूं झूठ नहीं कहंदा। मूंह रखनी केते मूर्ख खाही खाए खाई जा रहे ने, खाई जा रहे ने, भाव कि समाज नूं देण कोई नहीं। किन्ना कुछ धीआं पुत्तर भैन भरा जमीन जायदाद धन दौलत इस समाज तो लिया, पर साडी की देण है, मेरी की देण है समाज नूं, मैं समाज नूं की दिता है। ईरखा द्वेष जातिवाद मेर तेर दे वितकरे ਤਾਂ ਕਈ ਵਾਰ ਆਪ ਹੀ ਸ਼ਰਮ ਆਉਂਦੀ ਹੈ ਨਾ ਆਪਣੇ ਆਪ ਤੇ। ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਨਾ, ਪ੍ਰਸ਼ਾਦਾ ਛਕੀਦਾ ਹੈ ਤੇ ਕਈ ਵਾਰ ਨਾ ਬਰਤਨ ਮਾਂਜਣ ਵਾਲਾ ਕੋਈ ਨਹੀਂ ਹੁੰਦਾ, ਪਰ ਅਸੀਂ ਥਾਲੀ ਧਰ ਕੇ ਆ ਜਾਂਦੇ ਆ। ਯਾਰ ਜ਼ਿਆਦਾ ਨਹੀਂ ਆਪਣੇ ਤੇ ਮਾਂਜਦੇ ਹੋ, ਪ੍ਰਸ਼ਾਦਾ ਮਿਲ ਗਿਆ ਪੱਕਿਆ ਪਕਾਇਆ, ਬਰਤਨ ਆਪਣੇ ਕੋਲੀ ਥਾਲੀ ਤਾਂ ਧੋ ਦੋ। ਬੰਦਾ ਇੰਨਾ ਵੀ ਨਹੀਂ ਨਾ ਕਰਦਾ। ਇੱਕ ਮਿਸਾਲ ਹੈ ਨਿੱਕੀ ਜੀ, ਇਹੀ ਹਾਲ ਸਾਡਾ ਘਰਾਂ ਦੇ ਵਿੱਚ ਹੈ, ਇਹੀ ਸਮਾਜ ਵਾਸਤੇ ਹੈ। ਦੇਣ ਤੇ ਕੁਛ ਵੀ ਨਹੀਂ। ਕੁਛ ਲੋਕ ਨੇ 2% ਜਿਨ੍ਹਾਂ ਦੇ ਨਾਲ ਇਹ ਸੰਸਾਰ ਚੱਲਦਾ ਹੈ। ਡਾਕਟਰ ਨੇ, ਇੰਜੀਨੀਅਰ ਨੇ, ਵਿਗਿਆਨਿਕ ਨੇ, ਮਨੋਵਿਗਿਆਨਿਕ ਨੇ, ਮਨੋਚਿਕਿਤਸਕ ਨੇ, ਐਜੂਕੇਸ਼ਨ ਪਲੈਨਰ ਨੇ, ਉਹਨਾਂ ਕਰਕੇ ਸਮਾਜ ਚੱਲਦਾ ਹੈ। ਬਾਕੀ ਤੇ ਫੋਲੋਵਰ ਨੇ, ਦੇਣ ਨਹੀਂ ਨਾ। ਗੁਰੂ ਨਾਨਕ ਦੇਵ ਜੀ ਦੀ ਕਿਹੜੀ ਵੱਡੀ ਦੇਣ ਹੈ ਸੰਸਾਰ ਨੂੰ। ਨਵੀਂ ਸੋਚ, ਨਵੀਂ ਰਾਜਨੀਤਿਕ ਸੋਚ, ਧਾਰਮਿਕ ਸੋਚ, ਆਰਥਿਕ ਸੋਚ, ਸਮਾਜਿਕ ਸੋਚ, ਗੁਰੂ ਸਾਹਿਬਾਨ ਦੀ ਭਗਤ ਜਿਨ੍ਹਾਂ ਦੀ ਕਿਹੜੀ ਵੱਡੀ ਦੇਣ ਹੈ, ਸਮਾਜ ਨੂੰ ਕਿੰਨਾ ਕੁਛ ਦੇ ਗਏ। ਜਿਨ੍ਹਾਂ ਦਾ ਨਾਮ ਰੋਜ਼ ਅਰਦਾਸ ਵਿੱਚ ਲੈਂਦੇ ਆ, ਕਿਹੜੀ ਵੱਡੀ ਦੇਣ ਹੈ। ਆ ਜੋ ਹੋਰ ਲੋਕ ਨੇ ਜਿਨ੍ਹਾਂ ਨੇ ਸਮਾਜ ਵਾਸਤੇ ਬਹੁਤ ਕੁਛ ਕੀਤਾ, ਕਿਹੜੀ ਵੱਡੀ ਦੇਣ ਹੈ। ਕੁਛ ਦੇ ਰਹੇ ਨੇ ਤੇ ਜਿਹੜਾ ਮੂਰਖ ਹੈ ਉਹ ਖਾਈ ਜਾ ਰਿਹਾ, ਖਾਈ ਜਾ ਰਿਹਾ। ਕਿੰਨੇ ਨੇ ਲੋਕ ਖਾਈ ਜਾ ਰਹੇ ਨੇ, ਦੇਣ ਕੁਛ ਵੀ ਨਹੀਂ। ਇਸ ਲਈ ਕੁਛ ਨਾ ਕੁਛ ਦਿਓ ਜ਼ਰੂਰ, ਜਿੰਨਾ ਦੇ ਸਕਦੇ ਹੋ, ਜੋ ਚੰਗਾ ਦੇ ਸਕਦੇ ਹੋ। ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਨਾ, ਕੁਛ ਨਹੀਂ ਦੇ ਸਕੇ ਮੁਸਕਰਾ ਹੀ ਦਿਓ, ਹਾਸਾ ਹੀ ਦਿਓ, ਕਿਸੇ ਨੂੰ ਧਰਵਾਸ ਹੀ ਦੇ ਦਿਓ, ਪਿਆਰ ਭਰੇ ਬੋਲ ਹੀ ਬੋਲ ਦਿਓ। ਜੋ ਦੇ ਸਕਦੇ ਹੋ, ਜੋ ਗੁਣ ਹੈ, ਕਿਸੇ ਨੂੰ ਦੇਣ ਦਾ ਯਤਨ ਕਰੋ ਨਿਸਵਾਰਥ। ਅਗਲਾ ਬਚਨ ਕਰਦੇ ਨੇ, ਕੀਤਿਆਂ ਦੁੱਖ ਭੂਖ ਸਦ ਮਾਰ। ਕਿੰਨੇ ਲੋਕ ਐਸੇ ਨੇ ਜਿਨ੍ਹਾਂ ਨੂੰ ਦੁੱਖਾਂ ਔਰ ਭੁੱਖਾਂ ਦੀ ਮਾਰ ਹੀ ਬੱਤੀ ਹੈ। ਦੁਖੀ ਨੇ ਔਰ ਭੁੱਖ ਦੇ ਵਿੱਚ ਨੇ। ਦੇਖੋ ਇਸ ਸੰਸਾਰ ਦੇ ਅੰਦਰ ਦੁੱਖ ਜਿਹੜੇ ਸਰੀਰਕ ਆਉਣੇ ਨੇ, ਐਕਸੀਡੈਂਟ ਹੋ ਜਾਣਾ ਜਾਂ ਕੁਛ ਕੁਦਰਤੀਆਂ ਜਿਵੇਂ ਹੁਣ ਕਰੋਨਾ ਵਗੈਰਾ ਹੈ, ਇੱਕ ਵੱਖਰਾ ਟੌਪਿਕ ਹੈ। ਲੇਕਿਨ ਬਹੁਤ ਸਾਰੇ ਦੁੱਖ ਨੇ ਜਿਨ੍ਹਾਂ ਤੋਂ ਅਸੀਂ ਬਚ ਸਕਦੇ ਹਾਂ। ਮਾਨਸਿਕ ਦੁੱਖ ਨੇ, ਇਹਨਾਂ ਤੋਂ ਤਾਂ ਅਸੀਂ ਬਚ ਸਕਦੇ ਹਾਂ ਨਾ। ਸਾਡੇ ਆਪਣੇ ਵੱਸ ਵਿੱਚ ਨੇ ਕਿ ਅਸੀਂ ਈਰਖਾ ਦਵੇਸ਼ ਨਾ ਕਰੀਏ। ਭੁੱਖ ਦੀ ਮਾਰ ਹੀ ਵੱਗੀ ਪਈ ਹੈ। ਦੁੱਖ ਦਾ ਮਤਲਬ ਮਾਨਸਿਕ ਦੁੱਖ ਨੇ, ਕਾਮ ਕ੍ਰੋਧ ਆਦਿਕ ਦੇ ਵਿੱਚ ਦੁਖੀ ਨੇ ਉਹ। ਤੇ ਭੁੱਖ ਦਾ ਮਤਲਬ ਕਿ ਉਹ ਤ੍ਰਿਸ਼ਨਾ ਦੇ ਅਧੀਨ ਨੇ, ਉਹ ਕਦੇ ਉਹਨਾਂ ਦਾ ਰਜੇਵਾਂ ਹੀ ਨਹੀਂ ਹੁੰਦਾ। ਜਿੰਨਾ ਮਰਜ਼ੀ ਮਿਲੀ ਜਾਏ, ਉਹਨਾਂ ਕਦੇ ਰੱਜਦੇ ਹੀ ਨਹੀਂ। ਕਿੰਨੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਉਹਨਾਂ ਨੂੰ ਰਜੇਵਾਂ ਹੈ ਹੀ ਨਹੀਂ, ਹੋਰ ਹੋਰ ਪ੍ਰੋਪਰਟੀਆਂ ਬੇਗਾਨੀਆਂ। ਇਹਦਾ ਮਤਲਬ ਕਦਾਚਿਤ ਇਹ ਨਹੀਂ ਕਿ ਕਿਰਤ ਕਰਕੇ ਕੋਈ ਆਪਣੀ ਪ੍ਰੋਪਰਟੀ ਨਾ ਵਧਾਏ, ਉਹ ਸਾਡਾ ਹੱਕ ਹੈ, ਫਰਜ਼ ਹੈ। ਲੇਕਿਨ 2 ਨੰਬਰ ਦੇ ਧੰਦੇ ਕਰਨ ਵਾਲੇ ਰੱਜੇ ਨੇ ਕਦੇ। ਤ੍ਰਿਸ਼ਨਾ ਦੀ ਭੁੱਖ, ਵਿਕਾਰਾਂ ਦੀ ਭੁੱਖ ਦੇ ਅੰਦਰ ਹੀ ਲੋਕ ਦੁਖੀ ਨੇ। ਤੇ ਇਹਨਾਂ ਚੀਜ਼ਾਂ ਤੋਂ ਅਸੀਂ ਬਚ ਸਕਦੇ ਹਾਂ। ਲੋਭ ਕਰਨਾ, ਕਿਸੇ ਦਾ ਹੱਕ ਖਾਣਾ, ਝੂਠ ਬੋਲਣਾ, ਵਿਭਚਾਰ ਕਮਾਣਾ, ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹਾਂ ਤਾਂ ਸਿੰਪਲ ਨੇ। ਘਰ ਦੇ ਵਿੱਚ ਅਸੀਂ ਈਰਖਾ ਦਵੇਸ਼ ਤੋਂ ਬਚ ਸਕਦੇ ਹਾਂ ਤਾਂ ਸਿੰਪਲ ਚੀਜ਼ਾਂ ਨੇ, ਸਧਾਰਨ ਨੇ, ਪਿਆਰ ਨਾਲ ਰਹਿ ਸਕਦੇ ਹਾਂ। ਪਰ ਗੁਰੂ ਜੀ ਕਹਿੰਦੇ ਨੇ ਕਿਤਨੇ ਹੀ ਲੋਕ ਐਸੇ ਨੇ ਜੋ ਵਿਕਾਰਾਂ ਵਿੱਚ ਖੱਪੀ ਜਾ ਰਹੇ ਨੇ, ਦੁਖੀ ਨੇ, ਤ੍ਰਿਸ਼ਨਾ ਦੇ ਅਧੀਨ ਨੇ। ਜਿੰਨਾ ਮਰਜ਼ੀ ਦੇ ਦਿਓ ਤਾਂ ਵੀ ਉਹ ਭੁੱਖੇ ਹੀ ਭੁੱਖੇ। ਹੁਣ ਇਹ ਭੇ ਦਾਤ ਤੇਰੀ ਦਾਤਾਰ ਕਿ ਹੇ ਪ੍ਰਭੂ, ਇਹ ਵੀ ਤੇਰੀ ਦਾਤ ਹੈ। ਦੁੱਖ ਔਰ ਭੁੱਖ ਵੀ ਤੇਰੀ ਦਾਤ ਹੀ ਹੈ। ਇਹਨੂੰ ਹੁਣ ਦੂਜੇ ਰੂਪ ਦੇ ਵਿੱਚ ਅਸੀਂ ਵੇਖਣਾ ਹੈ ਕਿ ਜਦੋਂ ਬੰਦੇ ਦੇ ਅੰਦਰ ਦੁੱਖ ਹੁੰਦਾ ਨਾ, ਭੁੱਖ ਹੁੰਦੀ ਹੈ, ਇਹ ਦਾਤ ਕਿਵੇਂ ਬਣ ਜਾਂਦੀ ਹੈ। ਇਹਨੂੰ ਥੋੜਾ ਜਿਹਾ ਅਸੀਂ ਸਮਝਣ ਦੀ ਟਰਾਈ ਕਰਨੀ, ਜਿੰਨੀ ਕੁ ਸਾਨੂੰ ਸਮਝ ਆ ਸਕੇ। ਇਹ ਵੀ ਦਾਤ ਬਣ ਜਾਂਦੀ। ਕਿਵੇਂ ਬਣ ਜਾਂਦੀ? ਕਦੇ ਬੰਦਾ ਜੰਗਲਾਂ ਵਿੱਚ ਸੀ, ਪਸ਼ੂਆਂ ਦੀ ਤਰ੍ਹਾਂ ਰਹਿੰਦਾ ਸੀ। ਇਹਦੇ ਕੋਲ ਸ਼ਬਦਾਵਲੀ ਨਹੀਂ ਸੀ, ਬੋਲ ਨਹੀਂ ਸੀ, ਬਸ ਕੰਦ ਮੂਲ ਖਾਂਦਾ ਸੀ ਜਾਂ ਕਿਸੇ ਜਾਨਵਰ ਨੂੰ ਮਾਰ ਕੇ ਕੱਚਾ ਹੀ ਖਾ ਜਾਂਦਾ ਸੀ ਮਾਸ।
ਜੇ ਕੋਈ ਜਾਨਵਰ ਫਸ ਗਿਆ ਕੱਚਾ ਹੀ ਉਹਨੂੰ ਖਾ ਗਿਆ, ਕੰਦ ਮੂਲ ਖਾ ਲਿਆ, ਫਲ ਫੁੱਲ ਖਾ ਲਏ। ਹੌਲੇ ਹੌਲੇ ਅੱਗ ਦੀ ਖੋਜ ਹੋਈ। ਜਦੋਂ ਇਹਨੂੰ ਸਮਝ ਆਈ ਅੱਗ ਦੇ ਵਿੱਚ ਕੋਈ ਜਾਨਵਰ ਭੁੱਜਾ ਹੋਇਆ ਇਹਨੇ ਖਾਧਾ ਤੇ ਉਹ ਖਾਇਆ ਵੀ ਛੇਤੀ ਗਿਆ ਤੇ ਨਾਲੇ ਸਵਾਦ ਵੀ ਲੱਗਿਆ, ਤੇ ਇਹਨੂੰ ਸਮਝ ਆ ਗਈ ਕਿ ਮੈਂ ਇਹਨੂੰ ਯੂਜ਼ ਕਰ ਸਕਣਾ। ਇਹਨੇ ਅੱਗ ਨੂੰ ਯੂਜ਼ ਕਰਨਾ ਸ਼ੁਰੂ ਕੀਤਾ। ਕਿਸੇ ਚੀਜ਼ ਨੂੰ ਖਿੱਚ ਰਿਹਾ ਸੀ ਤੇ ਥੱਲੇ ਕੋਈ ਗੋਲ ਲੱਕੜ ਆ ਗਈ ਤੇ ਉਹ ਸੌਖੀ ਖਿੱਚੀ ਗਈ। ਇਹਨੂੰ ਸਮਝ ਆ ਗਈ ਕਿ ਇਸ ਤਰ੍ਹਾਂ ਕਿਸੇ ਚੀਜ਼ ਨੂੰ ਖਿੱਚਿਆ, ਪਹੀਏ ਦੀ ਖੋਜ ਹੋ ਗਈ। ਫਿਰ ਇਹਨੇ ਗੁਫਾ ਵੇਖੀ ਜਿਹਦੇ ਵਿੱਚ ਰਹਿੰਦਾ ਸੀ। ਇਹਨੇ ਸੋਚਿਆ ਕਿ ਐਵੇਂ ਮੈਂ ਬਣਾ ਸਕਣਾ। ਆਪ ਇਹਨੇ ਛਪਰੀਆਂ ਬਣਾਉਣੀਆਂ ਸ਼ੁਰੂ ਕਰ ਲਈਆਂ। ਦੁੱਖ ਸੀ ਨਾ, ਉਹ ਦੁੱਖ ਇਹਦੇ ਵਾਸਤੇ ਬਣ ਗਿਆ ਦਾਰੂ। ਇਹਨੇ ਖੇਤੀ ਕਰਨੀ ਸਿੱਖ ਲਈ, ਇਹਨੇ ਪਸ਼ੂ ਪਾਲਣ ਸਿੱਖ ਲਿਆ, ਸ਼ਹਿਰ ਵਸਾ ਲਏ। ਹੌਲੇ ਹੌਲੇ ਇਹਦਾ ਵਿਕਾਸ ਹੁੰਦਾ ਗਿਆ। ਬਿਮਾਰੀਆਂ ਦੇਖੋ, ਪਲੇਗ ਦੀ ਬਿਮਾਰੀ, ਹੈਜੇ ਦਾ ਰੋਗ, ਕਿੰਨੇ ਸਾਰੇ। ਇਹਨੇ ਜਦੋਂ ਇਹ ਰੋਗ ਆਏ ਤਾਂ ਇਹਨੇ ਇਹਦੀਆਂ ਦਵਾਈਆਂ ਲੱਭੀਆਂ, ਦਾਰੂ ਬਣਦੇ ਗਏ ਨਾ, ਉਹ ਇਹਦੇ ਵਾਸਤੇ ਦਾਰੂ ਬਣ ਗਈ। ਇਹ ਵੀ ਇੱਕ ਦਾਤ ਹੋ ਗਈ ਨਾ, ਇਹਨੇ ਉਹਨੂੰ ਗਿਫਟ ਦੇ ਵਿੱਚ ਲੈ ਲਿਆ। ਭੁੱਖ, ਹੁਣ ਦੁਨਿਆਵੀ ਜਿਹੜੀ ਭੁੱਖ ਹੈ, ਜਿਨ੍ਹਾਂ ਦੇ ਕੋਲ ਰੋਟੀ ਕੱਪੜੇ ਮਕਾਨ ਵੀ ਨਹੀਂ ਹੈ, ਹੁਣ ਉਹ ਭੁੱਖ ਬਹੁਤ ਵੱਡਾ ਦੁੱਖ ਹੈ ਨਾ। ਤੇ ਕਈ ਤੇ ਲੋਕ ਇਹਨਾਂ ਦੁੱਖਾਂ ਤੋਂ ਦੁਖੀ ਹੋ ਕੇ ਆਤਮ ਹੱਤਿਆ ਹੀ ਕਰ ਲੈਂਦੇ ਨੇ, ਆਪਣੀ ਲੀਲਾ ਖਤਮ ਕਰ ਲੈਂਦੇ ਨੇ ਜੀਵਨ ਦੀ। ਲੇਕਿਨ ਕਈ ਲੋਕ ਚੈਲੰਜ ਕਰਦੇ ਨੇ ਕਿ ਜਦੋਂ ਦੂਜੇ ਕੰਮ ਕਰ ਰਹੇ ਨੇ ਤਾਂ ਮੈਂ ਵੀ ਕੰਮ ਕਰਾਂਗਾ, ਤੇ ਉਹ ਭੁੱਖ ਉਹਦੇ ਵਾਸਤੇ ਦਾਰੂ ਬਣ ਜਾਂਦੀ ਹੈ। ਉਹ ਆਪਣੀ ਕਿਰਤ ਕਰਨੀ ਸ਼ੁਰੂ ਕਰਦਾ ਹੈ ਤੇ ਇੱਕ ਦਿਨ ਐਸਾ ਹੁੰਦਾ ਹੈ ਬਹੁਤ ਵੱਡਾ ਵਪਾਰੀ ਬਣ ਜਾਂਦਾ। ਤਾਂ ਇਹ ਦੁੱਖ ਔਰ ਭੁੱਖ ਵੀ ਬੰਦੇ ਵਾਸਤੇ ਦਾਤ ਬਣ ਸਕਦੀ। ਹੁਣ ਕਈ ਵੀਰਾਂ ਨੇ ਕਾਰਾਂ ਤੇ ਲਿਖਾਇਆ ਹੁੰਦਾ ਇਹ ਬੇਦਾਤ ਤੇਰੀ ਦਾਤਾਰ, ਵੀ ਇਹ ਕਾਰ ਵੀ ਤੇਰੀ ਦਾਤ ਹੈ। ਭਾਵਨਾ ਬਹੁਤ ਚੰਗੀ ਹੈ, ਪਰ ਇਸ ਪੰਕਤੀ ਦਾ ਮਤਲਬ ਉਸ ਕਾਰ ਦੇ ਨਾਲ ਸੰਬੰਧ ਨਹੀਂ ਹੈ। ਇਹਦਾ ਸੰਬੰਧ ਕੀਤਿਆਂ ਦੂਖ ਭੂਖ ਸਦਮਾਰ, ਇਹ ਬੇਦਾਤ ਤੇਰੀ ਦਾਤਾਰ। ਦੁੱਖ ਔਰ ਭੁੱਖ ਨੂੰ ਵੀ ਉਹਦੀ ਦਾਤ, ਗਿਫਟ ਸਮਝ ਰਿਹਾ ਹੈ, ਕਿਉਂਕਿ ਇਹਦੇ ਪਿੱਛੇ ਵੀ ਮੇਰਾ ਕੁਛ ਭਲਾ ਹੈ, ਇਹਦੇ ਨਾਲ ਵੀ ਮੇਰੀ ਜ਼ਿੰਦਗੀ ਦੇ ਅੰਦਰ ਵਿਕਾਸ ਹੋਏਗਾ। ਬੰਦ ਖਲਾਸੀ ਭਾਣੇ ਹੋਏ, ਬੰਦ ਬੰਧਨ, ਖਲਾਸੀ ਦਾ ਮਤਲਬ ਆਜ਼ਾਦੀ, ਮੁਕਤੀ। ਭਾਣੇ ਹੋਏ ਦਾ ਮਤਲਬ ਭਾਣੇ ਵਿੱਚ ਹੁੰਦੀ ਹੈ, ਹੁਕਮ ਰਜ਼ਾ ਦੇ ਵਿੱਚ ਹੁੰਦੀ ਹੈ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਬੰਧਨ ਵੀ ਔਰ ਖਲਾਸੀ ਵੀ ਇਹ ਸਿਸਟਮ ਦੇ ਅੰਦਰ ਨੇ, ਲਾ ਆਫ ਨੇਚਰ ਵਿੱਚ ਨੇ। ਬੰਧਨ ਵੀ ਔਰ ਇਹਨਾਂ ਬੰਧਨਾਂ ਤੋਂ ਮੁਕਤੀ ਵੀ ਇਹ ਰੱਬ ਦੀ ਰਜ਼ਾ ਵਿੱਚ ਹੈ, ਭਾਣੇ ਵਿੱਚ ਹੈ, ਹੁਕਮ ਦੇ ਵਿੱਚ ਹੈ। ਕਿਵੇਂ ਹੈ ਹੁਕਮ ਵਿੱਚ? ਕਿ ਬੰਧਨ ਵੀ ਹੁਕਮ ਵਿੱਚ ਔਰ ਖਲਾਸੀ ਵੀ ਹੁਕਮ ਵਿੱਚ। ਇਹਨੂੰ ਅਸੀਂ ਦੁਨਿਆਵੀ ਮਿਸਾਲ ਨਾਲ ਸਮਝ ਲੈਂਦੇ ਹਾਂ। ਕਿਸੇ ਬੰਦੇ ਨੇ ਧੋਖਾ ਕੀਤਾ ਦੂਜੇ ਦੇ ਨਾਲ ਤੇ ਉਸਨੇ ਕੇਸ ਕਰ ਦਿੱਤਾ ਅਦਾਲਤ ਵਿੱਚ। ਹੁਣ ਅਦਾਲਤ ਦੇ ਅੰਦਰ ਕੇਸ ਕੀਤਾ ਤਾਂ ਉਹ ਸਪਸ਼ਟ ਹੋ ਗਿਆ ਕਿ ਇਹਨੇ 420 ਕੀਤੀ ਹੈ। ਹੁਣ 420 ਦੇ ਕੇਸ ਦੇ ਵਿੱਚ 4 ਸਾਲ ਦੀ ਸਜ਼ਾ ਹੋ ਗਈ। ਸਿਸਟਮ ਵਿੱਚ ਹੈ ਨਾ, ਕਾਨੂੰਨ ਦੇ ਦਾਇਰੇ ਵਿੱਚ 420 ਦੇ ਵਿੱਚ ਜਿੰਨੀ ਕੀਤਾ ਹੈ, ਇਹਨੂੰ 4 ਸਾਲ ਦੀ ਸਜ਼ਾ ਦਿੱਤੀ ਜਾਂਦੀ ਹੈ, ਜੇਲ੍ਹ ਚਲਾ ਗਿਆ। ਤੇ ਜਦੋਂ 4 ਸਾਲ ਪੂਰੇ ਹੋ ਗਏ, ਉਸ ਤੋਂ ਬਾਅਦ ਉਹਨੂੰ ਆਜ਼ਾਦ ਉਹਨੂੰ ਕਰ ਦਿੱਤਾ ਗਿਆ। ਤੇ ਉਹ ਵੀ ਕਾਨੂੰਨ ਦੇ ਵਿੱਚ ਹੀ ਹੈ ਨਾ, ਕਿ 4 ਸਾਲ ਦੀ ਸਜ਼ਾ ਹੈ ਤੇ ਹੁਣ ਜ਼ਿਆਦਾ ਨਹੀਂ ਰੱਖ ਸਕਦੇ, ਆਜ਼ਾਦ ਕਰ ਦਿਓ, ਕੇਸ ਖਤਮ ਹੋ ਗਿਆ। ਸਿਸਟਮ ਹੈ ਨਾ, ਕਿ ਚੋਰੀ ਕੀਤੀ ਤਾਂ ਸਿਸਟਮ ਹੈ ਕਿ ਸਜ਼ਾ ਹੋਏਗੀ, ਤੇ ਜਦੋਂ ਸਜ਼ਾ ਪੂਰੀ ਹੋ ਗਈ ਤੇ ਉਹਨੂੰ ਛੱਡ ਦਿੱਤਾ ਜਾਏਗਾ। ਜਿੰਨਾ ਵੱਡਾ ਅਪਰਾਧ ਹੈ ਉਹਨੂੰ ਸਜ਼ਾ ਮਿਲੇਗੀ। ਜੇ ਕੋਈ ਜ਼ਿਆਦਾ ਕਾਤਲ ਹੈ ਤੇ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਂਦੀ ਹੈ ਨਾ। ਇਹ ਦੁਨਿਆਵੀ ਇੱਕ ਮਿਸਾਲ ਹੈ ਸਿਰਫ। ਇਸੇ ਤਰ੍ਹਾਂ ਜੋ ਸਾਨੂੰ ਬੰਧਨ ਨੇ, ਈਰਖਾ ਇੱਕ ਬੰਧਨ ਹੈ, ਸਾਡੇ ਵਿਕਾਸ ਦੇ ਵਿੱਚ ਬੰਧਨ ਹੈ ਨਾ। ਮੇਰੇ ਅੰਦਰ ਤੁਹਾਡੇ ਵਾਸਤੇ ਈਰਖਾ ਹੈ ਤੇ ਮੈਂ ਤੁਹਾਡੇ ਨਾਲ ਮਿਲ ਨਹੀਂ ਰਿਹਾ, ਤੁਸੀਂ ਮੇਰੇ ਨਾਲ ਨਹੀਂ ਮਿਲ ਰਹੇ, ਇੱਕ ਦੂਜੇ ਨੂੰ ਅਸੀਂ ਫੋਨ ਨਹੀਂ ਕਰ ਰਹੇ, ਮਿਲਦੇ ਹਾਂ ਗੱਲ ਨਹੀਂ ਕਰਦੇ। ਬੰਧਨ, ਜਕੜੇ ਹੋਏ ਆ ਈਰਖਾ ਵਿੱਚ। ਇਹ ਕਾਨੂੰਨ ਹੈ, ਰਜ਼ਾ ਹੈ, ਭਾਣਾ ਹੈ, ਸਿਸਟਮ ਹੈ ਕਿ ਜੇ ਈਰਖਾ ਕਰੋਗੇ ਤੇ ਉਹ ਬੰਧਨ ਬਣ ਜਾਏਗੀ। ਤੇ ਇਹਦੇ ਤੋਂ ਆਜ਼ਾਦੀ ਵੀ ਭਾਣੇ ਵਿੱਚ ਹੀ ਹੋਣੀ ਹੈ, ਸਿਸਟਮ ਵਿੱਚ ਹੋਣੀ ਹੈ। ਈਰਖਾ ਤੋਂ ਆਜ਼ਾਦੀ ਵਾਸਤੇ ਸਿਸਟਮ ਕਿਹੜਾ ਹੈ? ਪ੍ਰੇਮ। ਜੇ ਪ੍ਰੇਮ ਕਰੋਗੇ ਇਹ ਬੰਧਨ ਤੋਂ ਆਜ਼ਾਦ ਹੋ ਜਾਓਗੇ। ਕਾਮ, ਕ੍ਰੋਧ, ਲੋਭ, ਮੋਹ ਦੀ ਗਲਤ ਵਰਤੋਂ ਕਰੋਗੇ, ਇਹ ਸਾਡੇ ਪੈਰਾਂ ਦੇ ਜੰਜਾਲ ਬਣ ਜਾਣਗੇ। ਤੇ ਜੇ ਸਤ, ਸੰਤੋਖ, ਦਇਆ, ਧਰਮ ਦੀ ਵਰਤੋਂ ਕਰਾਂਗੇ, ਆਜ਼ਾਦ ਹੋ ਜਾਓ।
ਰਜਾ ਦੇ ਵਿੱਚ ਹੈ ਸਾਰਾ, ਸਿਸਟਮ ਦੇ ਵਿੱਚ ਹੈ। ਕਿਸਮਤ ਨਾਮ ਦੀ ਕੋਈ ਚੀਜ਼ ਨਹੀਂ। ਕਿਸਮਤ ਤੁਸੀਂ ਆਪਣੀ ਆਪ ਲਿਖਣੀ ਹੈ। ਇੱਥੇ ਦੁੱਖ ਸੁੱਖ ਬੰਧਨ ਆਜ਼ਾਦੀ ਮੁਕਤੀ ਸਭ ਭਾਣੇ ਵਿੱਚ, ਰਜਾ ਵਿੱਚ, ਲਾ ਆਫ ਨੇਚਰ ਵਿੱਚ, ਜੋ ਸਾਡੇ ਕੁਦਰਤੀ ਨੇਮ ਨੇ ਉਹਨਾਂ ਵਿੱਚ, ਰੱਬ ਦੀ ਰਜ਼ਾ ਵਿੱਚ। ਇਹ ਨਿਯਮ ਨੇ, ਨੇਮਾਂ ਦੇ ਅੰਦਰ ਹੈ। ਜਿਹੜਾ ਸਹੀ ਨਿਯਮਾਵਲੀ ਦਾ ਪਾਲਨ ਕਰ ਰਿਹਾ ਹੈ ਸੁਖੀ ਹੈ, ਨਿਯਮਾਵਲੀ ਨੂੰ ਤੋੜ ਰਿਹਾ ਹੈ, ਜੇ ਦੁੱਖਾਂ ਵਾਲੀ ਨਿਯਮਾਵਲੀ ਨੂੰ ਅਪਣਾ ਰਿਹਾ ਹੈ ਤਾਂ ਉਹ ਦੁਖੀ ਹੈ। ਸਿਸਟਮ ਹੈ ਨਾ, ਜੇ ਅੰਗੂਰ ਖਾਓਗੇ ਤਾਂ ਤੰਦਰੁਸਤ ਰਹੋਗੇ, ਤੇ ਜੇ ਅੰਗੂਰਾਂ ਦੀ ਸ਼ਰਾਬ ਪੀਓਗੇ, ਇਹ ਸਿਸਟਮ ਹੈ ਕਿ ਕਿਡਨੀ ਖਰਾਬ ਕਰੇਗੀ ਤਾਂ ਕਰੇਗੀ। ਸਿਸਟਮ ਹੀ ਨਾ। ਹੁਣ ਕਿਹੜੇ ਸਿਸਟਮ ਨੂੰ ਫੋਲੋ ਕਰਨਾ ਚਾਹੁੰਦੇ ਹੋ, ਬੰਧਨ ਵਾਲੇ ਨੂੰ ਜਾਂ ਮੁਕਤੀ ਵਾਲੇ ਨੂੰ? ਜੋ ਅਸੀਂ ਝੂਠ ਦੀਆਂ ਦੀਵਾਰਾਂ ਬਣਾਈਆਂ ਨੇ, ਇੱਕ ਨੇਮ ਹੈ ਕਿ ਝੂਠ ਬੋਲੋਗੇ ਪਾਪ ਕਮਾਓਗੇ, ਸਾਡੇ ਤੁਹਾਡੇ ਵਿੱਚ ਦੀਵਾਰ ਖੜੀ ਹੋ ਜਾਏਗੀ, ਗੁਰੂ ਤੋਂ ਦੂਰੀ, ਪ੍ਰਭੂ ਤੋਂ ਦੂਰੀ, ਮਨੁੱਖਤਾ ਤੋਂ ਦੂਰੀ, ਸਿਸਟਮ। ਪਰ ਜੇ ਇਸ ਦੀਵਾਰ ਨੂੰ ਤੋੜ ਦੋਗੇ ਤਾਂ ਮਿਲਾਪ ਹੋ ਜਾਏਗਾ ਪ੍ਰਭੂ ਨਾਲ ਵੀ, ਗੁਰੂ ਨਾਲ ਵੀ, ਮਨੁੱਖਤਾ ਦੇ ਨਾਲ ਵੀ, ਦੂਰੀਆਂ ਘਟ ਜਾਣਗੀਆਂ। ਇਸ ਲਈ ਗੁਰੂ ਜੀ ਕਹਿੰਦੇ ਨੇ ਬੰਦ ਖਲਾਸੀ ਭਾਣੇ ਹੋਏ। ਜਿਹੜੇ ਬੰਧਨ ਨੇ, ਉਹਨਾਂ ਬੰਧਨਾਂ ਤੋਂ ਆਜ਼ਾਦੀ ਰੱਬ ਦੇ ਭਾਣੇ ਵਿੱਚ ਤੁਰਿਆ ਹੁੰਦੀ ਹੈ, ਰਜਾ ਵਿੱਚ ਤੁਰਿਆ ਹੁੰਦੀ ਹੈ। ਜੇ ਸਿਸਟਮ ਨੂੰ ਸਮਝ ਲਿਆ ਜਾਏ, ਗੁਰਬਾਣੀ ਦੇ ਦਿੱਤੇ ਵੇ ਆਫ ਲਾਈਫ ਨੂੰ ਸਮਝ ਲਿਆ ਜਾਏ, ਤਾਂ ਬੰਧਨਾਂ ਤੋਂ ਖਲਾਸੀ ਹੋ ਜਾਏਗੀ। ਸਿੰਪਲ ਗੱਲ ਹੈ, ਬਹੁਤ ਆਸਾਨ ਗੱਲ ਹੈ। ਈਰਖਾ ਦੁਆਸ਼ ਦੇ ਬੰਧਨ ਤੋਂ ਖਲਾਸੀ ਹੋ ਜਾਏਗੀ। ਪ੍ਰੇਮ ਕਰਨਾ ਸ਼ੁਰੂ ਕਰ ਦਿਓ। ਲੋਕ ਪੁੱਛਦੇ ਨੇ ਕ੍ਰੋਧ ਤੇ ਕੰਟਰੋਲ ਕਿਵੇਂ ਕਰੀਏ, ਗੁੱਸਾ ਭਾਜੀ ਬੜਾ ਹੁੰਦਾ। ਕੰਟਰੋਲ ਕਰਨ ਦੀ ਲੋੜ ਹੀ ਨਹੀਂ, ਪ੍ਰੇਮ ਕਰਨਾ ਸ਼ੁਰੂ ਕਰ ਦਿਓ, ਗੁੱਸਾ ਆਪੇ ਖਤਮ। ਜਦੋਂ ਤੁਸੀਂ ਪ੍ਰੇਮ ਛੱਡੋਗੇ ਤੇ ਗੁੱਸਾ ਆਏਗਾ। ਸੰਤੋਖ ਧਾਰਨ ਕਰ ਲਓ, ਲਾਲਚ ਖਤਮ। ਸੱਚ ਬੋਲਣਾ ਸ਼ੁਰੂ ਕਰ ਦਿਓ, ਝੂਠ ਖਤਮ। ਯਾਨੀ ਭਾਣੇ ਦੇ ਵਿੱਚ ਤੁਰਿਆ ਹੀ ਬੰਧਨਾਂ ਤੋਂ ਆਜ਼ਾਦੀ ਹੁੰਦੀ ਹੈ। ਜੇ ਕੋ ਗੁਰੂ ਜੀ ਕਹਿੰਦੇ ਨੇ ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੇ ਕੋਈ। ਕੋਈ ਬੰਦਾ ਹੋਰ ਸਾਧਨ ਨਹੀਂ ਕਹਿ ਸਕਦਾ ਕਿ ਇਸ ਸਾਧਨ ਦੇ ਨਾਲ ਵੀ ਖਲਾਸੀ ਹੋ ਸਕਦੀ ਹੈ, ਵਿਕਾਰਾਂ ਤੋਂ, ਬੰਧਨਾਂ ਤੋਂ ਮੁਕਤੀ ਮਿਲ ਸਕਦੀ ਹੈ। ਹੋਰ ਕੋਈ ਸਾਧਨ ਨਹੀਂ ਦੱਸਿਆ ਜਾ ਸਕਦਾ। ਜਿਵੇਂ ਪਿੱਛੇ ਅਸੀਂ ਪੜ੍ਹ ਆਏ ਹਾਂ, ਤੀਰਥਾਂ ਤੇ ਨਾਤਿਆਂ ਬੰਧਨਾਂ ਤੋਂ ਖਲਾਸੀ ਨਹੀਂ ਹੁੰਦੀ। ਜੇ ਹੋਈ ਹੈ ਕਿਸੇ ਦੀ ਦੱਸੋ, ਕੇਵਲ ਨਾ ਕੇ ਨਹੀਂ ਹੋਈ। ਵਰਤ ਰੱਖ ਰੱਖ ਕੇ ਬੰਧਨਾਂ ਤੋਂ ਖਲਾਸੀ ਹੋਈ, ਸਰਾਧ ਕਰ ਕਰਕੇ ਹੋਈ, ਪੂਜਾ ਪਾਠ ਕਰ ਕਰਕੇ ਹੋਈ, ਨਹੀਂ ਹੋਈ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੂੰਗਮ ਸਾਧੇ। ਪਾਠ ਕਰਨ ਵਾਲੇ ਸਾਡੇ ਵਰਗੇ ਪਾਠੀ ਆਪਸ ਵਿੱਚ ਲੜਦੇ ਫਿਰਦੇ ਨੇ, ਕਿਉਂਕਿ ਨਿਰਾ ਪੜਿਆ ਨਾ। ਭਾਣੇ ਵਿੱਚ ਨਹੀਂ ਤਾਂ ਕੋਈ ਹੋਰ ਸਾਧਨ ਤੁਸੀਂ ਨਹੀਂ ਕਹਿ ਸਕਦੇ ਕਿ ਇਸ ਸਾਧਨ ਨਾਲ ਵੀ ਬੰਧਨਾਂ ਤੋਂ ਆਜ਼ਾਦੀ ਹੋ ਜਾਂਦੀ। ਬਾਬੇ ਬਣ ਜਾਓ ਜੀ, ਜਿਵੇਂ ਸਾਡੇ ਬਾਬੇ ਨੇ, ਬਣ ਜਾਓ ਬਾਬੇ। ਬਾਬੇ ਬਣਿਆ ਬੰਧਨਾਂ ਤੋਂ ਆਜ਼ਾਦੀ ਹੋ ਜਾਏਗੀ, ਹੋਰ ਬੰਧਨ ਪੈ ਜਾਣੇ ਨੇ, ਹੋਰ ਬੰਧਨ ਨੇ। ਜਦੋਂ ਕਿਸੇ ਬਾਬੇ ਨੂੰ ਮਿਲਣ ਜਾਓ ਤੇ ਉਹ ਚੇਲੇ ਬਾਹਰ ਕਹਿੰਦੇ ਨੇ ਕਿ ਬਾਬਾ ਜੀ ਨੂੰ ਮਿਲਣਾ ਹੈ, ਤੇ ਉਹ ਕਹਿੰਦੇ ਨੇ ਬਾਬਾ ਜੀ ਜੁੜੇ ਨੇ। ਹੁਣ ਇਹ ਨਹੀਂ ਪਤਾ ਵੀ ਮੰਜੇ ਨਾਲ ਜੁੜੇ ਨੇ ਕਿ ਬਾਬਾ ਜੀ ਦੇ ਗੋਡੇ ਜੁੜੇ ਨੇ, ਜੁੜੇ ਨੇ। ਤੋ ਕਹਿਣ ਤੋਂ ਭਾਵ ਇਹਨਾਂ ਸਾਧਨਾਂ ਦੇ ਨਾਲ ਆਜ਼ਾਦੀ ਨਹੀਂ, ਬੰਧਨਾਂ ਤੋਂ ਛੁਟਕਾਰਾ ਨਹੀਂ ਹੈ। ਸੰਨਿਆਸੀ ਹੋ ਜਾਓ, ਕਿੰਨੇ ਸਾਰੇ ਸੰਨਿਆਸੀ ਨੇ, ਕਿੰਨੇ ਸਾਰੇ ਜੋਗੀ ਨੇ। ਦੇਸ਼ ਛੋੜ ਪਰਦੇਸੇ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਅਸੀਂ ਇੰਡੀਆ ਚੋਂ ਇੰਗਲੈਂਡ ਆ ਗਏ, ਅਮਰੀਕਾ ਆ ਗਏ, ਸੁਭਾਅ ਨਾਲ ਹੀ ਹੈ ਨਾ। ਦੇਸ਼ ਬਦਲਣ ਨਾਲ ਬੰਧਨਾਂ ਤੋਂ ਆਜ਼ਾਦੀ ਥੋੜਾ ਹੋਈ। ਯਾਨੀ ਕੋਈ ਹੋਰ ਸਿਸਟਮ ਨਹੀਂ ਕਿ ਦੁੱਖਾਂ ਤੋਂ, ਬੰਧਨਾਂ ਤੋਂ, ਵਿਕਾਰਾਂ ਤੋਂ ਖਲਾਸੀ ਹੋਵੇ, ਅਸੀਂ ਮੁਕਤ ਹੋ ਜਾਵੀਏ, ਰੱਬ ਦੇ ਅੰਦਰ ਸਮਾ ਜਾਵੀਏ। ਹੋਰ ਕੋਈ ਸਾਧਨ ਨਹੀਂ। ਹੋਰ ਆਖ ਨਾ ਸਕੇ ਕੋਈ। ਕੋਈ ਦੁਨੀਆ ਦਾ ਬੰਦਾ ਹੋਰ ਸਾਧਨ ਨਹੀਂ ਕਹਿ ਸਕਦਾ ਕਿ ਰਜਾ ਵਿੱਚ ਤੁਰਨ ਤੋਂ ਬਿਨਾਂ ਵੀ ਖਲਾਸੀ ਹੋ ਸਕਦੀ ਹੈ। ਪਰ ਗੁਰੂ ਜੀ ਕਹਿੰਦੇ ਨੇ ਵੀ ਫਿਰ ਵੀ ਲੋਕ ਕਹਿ ਰਹੇ ਨੇ ਨਾ, ਹੁਣ ਕਿੰਨੇ ਲੋਕ ਕਹਿ ਰਹੇ ਨੇ, ਕਿੰਨੀਆਂ ਦੁਕਾਨਾਂ ਖੁੱਲੀਆਂ ਨੇ ਵੀ ਦਸਮ ਦੁਆਰ ਵਿਸ਼ਵਾਸ ਚੜਾਓ, ਪ੍ਰਾਨ ਚੜਾਓ ਤੇ ਰੱਬ ਮਿਲੇਗਾ। ਹੁਣ ਗੁਰੂ ਜੀ ਕਹਿੰਦੇ ਨੇ ਜੇ ਕੋ ਖਾਇਕ ਆਖਣ ਪਾਏ। ਖਾਇਕ ਦਾ ਮਤਲਬ ਹੈਗਾ ਮੂਰਖ। ਆਖਣ ਪਾਏ ਦਾ ਮਤਲਬ ਆਖਣ ਦਾ ਯਤਨ ਕਰੇ। ਜੇ ਕੋਈ ਇਹ ਕਹਿਣ ਦਾ ਯਤਨ ਕਰੇ ਕਿ ਰੱਬ ਦੀ ਰਜ਼ਾ ਵਿੱਚ ਤੁਰਨ ਤੋਂ ਬਿਨਾਂ ਕੋਈ ਹੋਰ ਸਾਧਨ ਵੀ ਹੈ ਸਚਿਆਰ ਹੋਣ ਦਾ, ਤਾਂ ਗੁਰੂ ਜੀ ਉਹ ਕਹਿੰਦੇ ਨੇ ਮੂਰਖ ਹੈ। ਦੁਨੀਆ ਦਾ ਸਭ ਤੋਂ ਵੱਡਾ ਮੂਰਖ, ਬੇਵਕੂਫ, ਅਣਜਾਣ, ਕੋਈ ਵੀ ਸ਼ਬਦ ਵਰਤ।
कमला, बेसमझ, कोई भी शब्द वरत लो, यानी वो बेसमझ है, मूर्ख है बंदा वो, ਜਿਹੜਾ ਇਹ ਗੱਲ ਕਹੇ ਕਿ ਰੱਬ ਦੇ ਰਜ਼ਾ ਭਾਣੇ ਵਿੱਚ ਜਾਂ ਲਾ ਆਫ ਨੇਚਰ ਵਿੱਚ ਤੁਰਨ ਤੋਂ ਬਿਨਾਂ ਵੀ ਮੁਕਤੀ ਹੋ ਸਕਦੀ ਹੈ, ਤਾਂ ਇਹ ਕਹਿਣ ਵਾਲਾ ਬੰਦਾ ਮੂਰਖ ਹੋਏਗਾ। ਇਹ ਕੋਈ ਹੋਰ ਸਾਧਨ ਨਹੀਂ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਇਹੀ ਇੱਕ ਸਾਧਨ ਹੈ। ਔਰ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਚੀਜ਼ ਦ੍ਰਿੜ ਕਰਾਈ ਗਈ ਹੈ। ਤੇ ਜਦੋਂ ਸੰਸਾਰ ਔਰ ਸਮਾਜ ਵਿੱਚ ਵੇਖੋਗੇ ਨਿਸ਼ਪਕਸ਼ ਹੋ ਕੇ ਗੁਰੂ ਗਿਆਨ ਦੇ ਨਾਲ, ਤੇ ਚੀਜ਼ ਪ੍ਰਤੱਖ ਦਿਸੇਗੀ ਵੀ ਕਿ ਬਿਲਕੁਲ ਠੀਕ ਹੈ ਕਿ ਲਾ ਆਫ ਨੇਚਰ ਜਾਂ ਰੱਬ ਦੀ ਰਜ਼ਾ ਭਾਣੇ ਮੁਤਾਬਕ ਜ਼ਿੰਦਗੀ ਜੀਣ ਨਾਲ ਸ਼ਾਂਤੀ ਆ ਸਕਦੀ ਹੈ, ਨਹੀਂ ਤੇ ਨਹੀਂ। ਜੇ ਆ ਸਕਦੀ ਹੁੰਦੀ ਕਰਮ ਕਾਂਡਾਂ ਨਾਲ, ਤਾਂ ਕਰਮ ਕਾਂਡ ਤਾਂ ਦੁਨੀਆ ਦੇ ਸਾਰੇ ਧਰਮ ਕਰ ਰਹੇ ਨੇ। ਕੋਈ ਧਰਮ ਐਸਾ ਨਹੀਂ ਕਿ ਜਿਹੜਾ ਧਰਮ ਵਿੱਚ ਰੱਬ ਵਿੱਚ ਵਿਸ਼ਵਾਸ ਰੱਖਦਾ ਹੋਏ ਤੇ ਉਹ ਪਾਠ ਪੂਜਾ ਨਾ ਕਰੇ। ਮੰਦਰ, ਮਸੀਤਾਂ, ਗੁਰਦੁਆਰੇ ਸਾਹਿਬਾਨ ਜਾਂ ਜਿੰਨੇ ਵੀ ਚਰਚ ਨੇ ਜਾਂ ਹੋਰ ਧਰਮ ਸਥਾਨ ਨੇ, ਸਾਰੇ ਲੋਕ ਜਾ ਰਹੇ ਨੇ। ਪਰ ਇਨਸਾਨੀਅਤ ਨਹੀਂ ਨਾ ਦਿਸ ਰਹੀ ਜਿੰਨੀ ਦਿਸਣੀ ਚਾਹੀਦੀ ਹੈ। ਮਨੁੱਖੀ ਪ੍ਰੇਮ, ਉੱਚਾ ਆਚਰਨ ਜਾਂ 2 ਨੰਬਰ ਦੇ ਧੰਦੇ ਵਗੈਰਾ ਨਾ ਹੋਣ, ਝੂਠ ਫਰੇਬ ਨਾ ਹੋਵੇ, ਮਨੁੱਖ ਨੂੰ ਮਨੁੱਖ ਤੋਂ ਖਤਰਾ ਨਾ ਹੋਵੇ, ਐਸਾ ਤੇ ਦਿਸ ਨਹੀਂ ਰਿਹਾ। ਅਸੀਂ ਘਰਾਂ ਨੂੰ ਲੋਕ ਲਾਣੇ ਪੈ ਰਹੇ ਨੇ, ਸਿਕਿਉਰਿਟੀ ਕੈਮਰੇ ਅੱਜ ਕੱਲ੍ਹ ਘਰਾਂ ਦੇ ਵਿੱਚ ਵੀ ਲਗਾ ਦਿੱਤੇ ਨੇ। ਚਲੋ ਇੱਥੋਂ ਤੱਕ ਵੀ ਸਮਝ ਆਉਂਦੀ ਹੈ, ਪਰ ਹੁਣ ਤੇ ਮੰਦਰਾਂ, ਗੁਰਦੁਆਰੇ, ਮਸੀਤਾਂ ਵਿੱਚ ਵੀ ਸਿਕਿਉਰਿਟੀ ਕੈਮਰੇ ਲੱਗੇ ਹੈ ਨਾ ਪ੍ਰੋਬਲਮ। ਇਹਦਾ ਮਤਲਬ ਗੁਰਦੁਆਰੇ, ਮੰਦਿਰ, ਮਸੀਤਾਂ ਵੀ ਸੁਰੱਖਿਅਤ ਨਹੀਂ ਨਾ। ਐਸੇ ਲੋਕ ਆ ਸਕਦੇ ਨੇ, ਕੋਈ ਵੀ ਨੁਕਸਾਨ ਕਰ ਸਕਦਾ। ਰੀਜਨ ਕੀ ਹੈ? ਰੀਜਨ ਇਹ ਕਿ ਲੋਕੀ ਭਾਣੇ ਵਿੱਚ ਨਹੀਂ ਤੁਰੇ, ਭਾਣੇ ਨੂੰ ਨਹੀਂ ਸਮਝਿਆ, ਸਿਸਟਮ ਨੂੰ ਨਹੀਂ ਸਮਝਿਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੇ ਕੋਈ ਬੰਦਾ ਇਹ ਕਵੇ ਕਿ ਰਜ਼ਾ ਔਰ ਭਾਣੇ ਤੋਂ ਇਲਾਵਾ ਵੀ ਮੁਕਤੀ ਹੋ ਸਕਦੀ ਹੈ, ਤਾਂ ਉਹ ਖਾਇਕ ਦਾ ਮਤਲਬ ਉਹ ਮਹਾਮੂਰਖ ਇਨਸਾਨ ਹੈ। ਮੂਰਖਤਾ ਹੈ ਇਹ ਸਮਝਣਾ ਕਿ ਸਾਡੀ ਮੁਕਤੀ ਹੋ ਜਾਏਗੀ, ਇਹ ਕੰਮ ਕਰਨ ਨਾਲ ਹੋ ਜਾਏਗੀ, ਵਰਤ ਰੱਖਣ ਨਾਲ ਹੋ ਜਾਏਗੀ, ਨਹਾਉਣ ਨਾਲ ਹੋ ਜਾਏਗੀ, ਸੁਚਮਤਾ ਨਾਲ ਹੋ ਜਾਏਗੀ, ਮੌਨ ਧਾਰਨ ਰੱਖਿਆ ਹੋ ਜਾਏਗੀ, ਸਮਾਧੀ ਲਾਉਣ ਨਾਲ ਹੋ ਜਾਏਗੀ। ਨਾ, ਬਿਲਕੁਲ ਵੀ ਨਾ। ਗੁਰੂ ਨਾਨਕ ਦੇਵ ਦੀ ਵਿਚਾਰ ਨਹੀਂ, ਸਾਡੀ ਵਿਚਾਰ ਹੋ ਸਕਦੀ ਹੈ, ਕਿਸੇ ਹੋਰ ਦੀ ਹੋ ਸਕਦੀ ਹੈ। ਕੋਈ ਕਹਿ ਸਕਦਾ ਹੈ, ਕੋਈ ਵੀ ਮੂਰਖ ਬੰਦਾ ਮੂਰਖਤਾ ਕਰ ਸਕਦਾ ਹੈ, ਕਵੇ ਕਰੇ, ਮੂਰਖਤਾ ਹੋਈ। ਜੇ ਕੋ ਖਾਇਕ ਆਖਣ ਪਾਏ, ਜੇ ਕੋਈ ਮੂਰਖ ਬੰਦਾ, ਬੇਸਮਝ ਇਨਸਾਨ ਇਹ ਕਹਿਣ ਦਾ ਯਤਨ ਕਰੇ ਕਿ ਰੱਬ ਦੀ ਰਜ਼ਾ ਵਿੱਚ ਤੁਰਨ ਤੋਂ ਬਿਨਾਂ ਵੀ ਮੁਕਤੀ ਹੋ ਸਕਦੀ ਹੈ, ਬੰਧਨਾਂ ਤੋਂ ਬੰਦਾ ਆਜ਼ਾਦ ਹੋ ਸਕਦਾ ਹੈ, ਦੁੱਖਾਂ ਤੋਂ ਬਚ ਸਕਦਾ ਹੈ, ਤਾਂ ਗੁਰੂ ਜੀ ਕਹਿੰਦੇ ਨੇ, ਉਹ ਜਾਣੇ ਜੀਤੀਆਂ ਮੂੰਹ ਖਾਏ। ਮੂੰਹ ਦੇ ਹਾਹੇ ਨਾਲ ਸਿਹਾਰੀਏ, ਮੂੰਹ ਤੇ ਖਾਏ ਦਾ ਮਤਲਬ ਖਾਏਗਾ। ਉਹ ਹੀ ਫਿਰ ਜਾਣਦਾ ਵੀ ਉਹ ਮੂੰਹ ਤੇ ਕਿੰਨੀਆਂ ਖਾਏਗਾ। ਚੋਟਾਂ ਖਾਏਗਾ, ਜੁੱਤੀਆਂ ਖਾਏਗਾ। ਚੋਟਾਂ ਖਾਏਗਾ, ਜੁੱਤੀਆਂ ਖਾਏਗਾ ਜਾਂ ਮੂੰਹ ਤੇ ਖਾਏਗਾ ਦਾ ਮਤਲਬ ਕਿ ਨਮੋਸ਼ੀ ਹੋਏਗੀ ਉਹਦੀ, ਉਹਨੂੰ ਨਮੋਸ਼ੀ ਵੇਖਣੀ ਪਵੇਗੀ, ਝੂਠਾ ਹੋਣਾ ਪਵੇਗਾ ਨਾ। ਜਦੋਂ ਸੱਚ ਦੇ ਆਧਾਰ ਤੇ ਵਿਚਾਰ ਹੋਏਗੀ, ਯੂਨੀਵਰਸਲ ਟਰੁੱਥ ਦੇ ਬੇਸ ਦੇ ਉੱਤੇ ਪਰਖਿਆ ਜਾਏਗਾ, ਪ੍ਰੈਕਟੀਕਲੀ ਰੂਪ ਵਿੱਚ ਜਦੋਂ ਅਜਮਾਇਆ ਜਾਏਗਾ, ਤਾਂ ਉਹ ਚੀਜ਼ ਨੇ ਪੂਰਾ ਨਹੀਂ ਉਤਰਨਾ, ਫਿਰ ਉਹਨੂੰ ਨਮੋਸ਼ੀ ਹੋਏਗੀ। ਉਹਨੂੰ ਨਮੋਸ਼ੀ ਹੋਏਗੀ, ਨਮੋਸ਼ੀ ਦਾ ਮੂੰਹ ਵੇਖਣਾ ਪਵੇਗਾ, ਝੂਠਾ ਹੋਣਾ ਪਵੇਗਾ, ਸੱਚਾ ਸਾਬਤ ਨਹੀਂ ਹੋਏਗਾ। ਔਰ ਹਕੀਕਤ ਹੈ, ਇਹ ਗੱਲ ਸਾਡੀ ਵੱਖਰੀ ਹੈ, ਕਿਉਂਕਿ ਸਾਡੇ ਦਿਮਾਗ ਦੇ ਅੰਦਰ ਇਹ ਚੀਜ਼ਾਂ ਬਹੁਤ ਕੁੱਟ-ਕੁੱਟ ਕੇ ਭਰ ਦਿੱਤੀਆਂ ਗਈਆਂ ਨੇ। ਜਿਹੜੀ ਚੀਜ਼ ਅਸੀਂ 20-22 ਵਾਰੀ ਰਿਪੀਟ ਕਰ ਲਈਏ ਨਾ, ਤਾਂ ਉਹ ਸਾਡੇ ਅੰਦਰ ਪੱਕੀ ਹੋ ਜਾਂਦੀ ਹੈ, ਸਾਡੇ ਸਬਕੌਂਸ਼ੀਅਸ ਮਾਈਂਡ ਅੰਦਰ ਚਲੀ ਜਾਂਦੀ ਹੈ। ਤੇ ਜਿਹੜੀਆਂ ਗੱਲਾਂ ਹਜ਼ਾਰਾਂ ਵਾਰ ਸਾਡੇ ਅੰਦਰ ਚਲੀਆਂ ਗਈਆਂ ਹੋਣ, ਉਹਨਾਂ ਨੂੰ ਬਾਹਰ ਕੱਢਣਾ ਕਿੰਨਾ ਔਖਾ ਹੈ ਨਾ। ਜੋ ਸਬਕੌਂਸ਼ੀਅਸ ਮਾਈਂਡ ਅੰਦਰ ਚਲੀ ਗਈ, ਜਿਹੜੇ ਵੀਰ ਭੈਣਾਂ ਇਸ ਚੀਜ਼ ਨੂੰ ਸਮਝਦੇ ਨੇ, ਉਹਨਾਂ ਨੂੰ ਪਤਾ ਹੈ ਕਿ ਕਿੰਨਾ ਔਖਾ ਹੈ। ਤੇ ਇਹ ਚੀਜ਼ਾਂ ਜਿਹੜੀਆਂ 25-20 ਵਾਰੀ ਰਿਟਰਨ ਦੇ ਨਾਲ ਸਾਡੇ ਅੰਦਰ ਪੱਕੀਆਂ ਹੋ ਜਾਂਦੀਆਂ ਨੇ, ਤੇ ਉਹ ਭੁੱਲਦੀਆਂ ਨਹੀਂ। ਤੇ ਜਿਹੜੀਆਂ ਲੱਖਾਂ ਵਾਰੀ, ਹਜ਼ਾਰਾਂ ਵਾਰੀ ਗਈਆਂ ਹੋਣ ਤੇ ਹੁਣ ਵੀ ਜਾ ਰਹੀਆਂ ਹੋਣ, ਉਹਨਾਂ ਤੇ ਸਾਡਾ ਵਿਸ਼ਵਾਸ ਬਣ ਜਾਣਾ ਸੁਭਾਵਿਕ ਹੈ। ਇਹ ਇੱਕ ਵੱਖਰਾ ਟੌਪਿਕ ਹੈ। ਪਰ ਜਦੋਂ ਪਰਖੋਗੇ, ਪਰਖ ਤੇ ਚੀਜ਼ਾਂ ਪੂਰੀਆਂ ਨਹੀਂ ਉਤਰਨਗੀਆਂ।
ਜੇ ਸਮਾਧੀਆਂ ਲਾਉਣ ਦੇ ਨਾਲ ਕੋਈ ਸਮਾਜ ਦਾ ਭਲਾ ਹੁੰਦਾ ਹੈ, ਵੇਖ ਲਓ ਜੇ ਹੋਇਆ ਤੇ। ਇੱਕ ਵੀ ਸਮਾਧੀਆਂ ਲਾਉਣ ਵਾਲਾ ਬੰਦਾ ਦੱਸੋ ਜਿਹਨੇ ਸਮਾਜ ਦਾ ਭਲਾ ਕੀਤਾ ਹੋਵੇ, ਕਿ ਸਮਾਧੀ ਲਾ ਕੇ ਉਹਨੇ ਜਾਂ ਜਿੰਨੇ ਵੀ ਇਹ ਗੱਲਾਂ ਕਰਨ ਵਾਲੇ ਨੇ ਕਰਾਮਾਤਾਂ ਜਾਂ ਦੂਜੀਆਂ, ਉਹਨਾਂ ਨੇ ਕੋਈ ਕਾਰ ਦਾ ਸ਼ੀਸ਼ਾ ਸਾਫ਼ ਕਰਨ ਲਈ ਵਾਈਪਰ ਦੀ ਵੀ ਖੋਜ ਕੀਤੀ ਹੋਈ, ਕੋਈ ਦੇਣ ਦਿੱਤੀ ਹੋਏ, ਜਾਂ ਵਰਤ ਰੱਖਣ ਦੇ ਨਾਲ, ਨਰਾਤੇ ਕਰਨ ਨਾਲ, ਪੂਜਾ ਕਰਨ ਨਾਲ, ਜੋਤਾਂ ਜਗਾਉਣ ਨਾਲ, ਮੱਥੇ ਟੇਕਣ ਨਾਲ, ਜਾਂ ਪਾਠ ਪੂਜਾ ਵਿਖਾਵੇ ਦੀਆਂ ਰਸਮਾਂ ਨਿਭਾਉਣ ਦੇ ਨਾਲ ਜੇ ਕੋਈ ਮੁਕਤ ਹੋਇਆ ਹੋਏ ਤੇ ਦੱਸੋ। ਵੇਖੋ ਚਾਰ ਚਫੇਰੇ, ਉਹਨਾਂ ਦੀ ਜ਼ਿੰਦਗੀ ਵੇਖੋ, ਪ੍ਰੈਕਟੀਕਲੀ ਰੂਪ ਵਿੱਚ ਕਰਕੇ ਵੇਖ ਲਓ, ਪੂਰੀਆਂ ਨਹੀਂ ਉਤਰਦੀਆਂ, ਪਰ ਰਜਾ ਦੇ ਵਿੱਚ ਤੁਰ ਕੇ ਵੇਖੋ ਬਿਲਕੁਲ ਪੂਰੀਆਂ ਉਤਰਨਗੀਆਂ। ਲਾ ਆਫ ਨੇਚਰ ਨੂੰ ਅਪਣਾਓ ਕਿ ਪ੍ਰੇਮ ਕਰਨ ਦੇ ਨਾਲ ਸ਼ਾਂਤੀ ਮਿਲਦੀ ਹੈ, ਪ੍ਰੇਮ ਕਰਕੇ ਵੇਖ ਲਓ, ਬਿਲਕੁਲ ਮਿਲੇਗੀ। ਸੱਚ ਬੋਲ ਕੇ ਵੇਖ ਲਓ, ਜੀਵਨ ਸਫਲ ਹੋ ਜਾਏਗਾ। ਦਇਆ ਕਰਕੇ ਵੇਖੋ, ਇਹ ਜਿਹੜੇ ਮੂਲ ਮੰਤਰ ਦੇ ਵਿੱਚ ਜੋ ਗੁਣ ਦੱਸੇ ਨੇ, ਰੱਬ ਵਰਗਾ ਵਿਹਾਰ ਸਭ ਦੇ ਨਾਲ ਕਰਨਾ, ਨਿਰਭਉ ਨਿਰਵੈਰ ਹੋਣਾ, ਪ੍ਰੈਕਟੀਕਲੀ ਰੂਪ ਵਿੱਚ ਕਰਕੇ ਵੇਖੋ, ਪੂਰੇ ਉਤਰ ਰਹੇ ਨੇ। ਤਾਂ ਜੇ ਕੋ ਖਾਇਕ ਆਖਣ ਪਾਏ, ਉਹ ਜਾਣੇ ਜੀਤੀਆਂ ਮੂੰਹ ਖਾਏ। ਜੇ ਕੋਈ ਮੂਰਖ ਇਹ ਕਹਿਣ ਦਾ ਯਤਨ ਕਰੇ ਕਿ ਰੱਬ ਦੀ ਰਜ਼ਾ ਭਾਣੇ ਤੋਂ ਬਿਨਾ ਵੀ ਸੁਖ ਸ਼ਾਂਤੀ ਮਿਲ ਸਕਦੀ ਹੈ ਜਾਂ ਬੰਧਨਾਂ ਤੋਂ ਆਜ਼ਾਦ ਹੋਇਆ ਜਾ ਸਕਦਾ ਹੈ, ਤਾਂ ਫਿਰ ਉਹਨੂੰ ਹੀ ਪਤਾ ਹੈ ਕਿ ਉਹਦੀ ਕਿੰਨੀ ਨਮੋਸ਼ੀ ਹੋਏਗੀ, ਕਿੰਨਾ ਉਹਨੂੰ ਸ਼ਰਮਸਾਰ ਹੋਣਾ ਪਵੇਗਾ। ਔਰ ਹਕੀਕਤ ਹੈ ਇਹ ਕਿੰਨੇ ਕਰਮ ਮਨੁੱਖਤਾ ਨੇ ਕੀਤੇ ਨੇ, ਔਰ ਮਨੁੱਖਤਾ ਕਿੰਨੀ ਸ਼ਰਮਸਾਰ ਹੋਈ ਹੈ। 2-2 ਸਾਲ ਦੀਆਂ ਬੱਚੀਆਂ ਨਾਲ ਜ਼ਬਰ ਜਨਾਹ ਸਾਡੇ ਦੇਸ਼ ਵਿੱਚ ਅਖਬਾਰਾਂ ਭਰੀਆਂ ਪਈਆਂ, 2 ਨੰਬਰ ਦੇ ਧੰਦੇ, ਨੂੰਹਾਂ ਦੇ ਉੱਤੇ ਤੇਲ ਪਾ ਪਾ ਕੇ ਸਾੜਨ ਦੀਆਂ ਖਬਰਾਂ, ਦਾਜ ਦਹੇਜ ਦੇ ਲਾਲਚਾਂ ਵੱਲੋਂ ਬੱਚੀਆਂ ਦੇ ਉੱਤੇ ਕੁੱਟਮਾਰ, ਜਾਂ ਕਈ ਵਾਰ ਬੱਚੀਆਂ ਵੱਲੋਂ ਵੀ ਸਹੁਰਿਆਂ ਦੇ ਉੱਤੇ ਝੂਠੇ ਦਾਜ ਦਹੇਜ ਦੇ ਕੇਸ, ਇਹ ਵੇਖੇ ਜਾ ਸਕਦੇ ਨੇ। ਬਜ਼ੁਰਗਾਂ ਦਾ ਹਾਲ ਘਰਾਂ ਵਿੱਚ ਵੇਖਿਆ ਜਾ ਸਕਦਾ ਹੈ, ਕਿਵੇਂ ਦੁਖੀ ਕੀਤਾ ਜਾਂਦਾ ਹੈ। ਬੱਚਿਆਂ ਦਾ ਹਾਲ ਵੇਖਿਆ ਜਾ ਸਕਦਾ ਹੈ। ਸਮਾਜ ਵਿੱਚ ਕਰਪਸ਼ਨ ਵੇਖਿਆ ਜਾ ਸਕਦਾ ਹੈ। ਬਣਾਏ ਹੋਏ ਬੰਦੇ ਦੇ ਐਟਮ ਬੰਬ ਵੇਖੇ ਜਾ ਸਕਦੇ ਨੇ ਕਿ ਕਿਵੇਂ ਇੱਕ ਦੇਸ਼ ਦੂਜੇ ਦੇਸ਼ ਨੂੰ ਤਬਾਹ ਕਰਨ ਵਾਸਤੇ ਆਪਣੀ ਸ਼ਕਤੀ ਲਈ ਬੈਠਾ ਹੈ, ਵੇਖਿਆ ਜਾ ਸਕਦਾ ਹੈ ਪ੍ਰੈਕਟੀਕਲ। ਔਰ ਧਰਮ ਕਰਮ ਵੀ ਹੋ ਰਹੇ ਨੇ। ਤੇ ਜੇ ਰਜ਼ਾ ਮੁਤਾਬਕ ਤੁਰਿਆ ਜਾਂਦਾ ਫਿਰ ਇਹ ਸਾਰਾ ਕੁਝ ਨਹੀਂ ਸੀ ਹੋਣਾ, ਸ਼ਾਂਤੀ ਹੋ ਸਕਦੀ ਸੀ। ਪ੍ਰੈਕਟੀਕਲੀ ਰੂਪ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਪਰਖ ਕੇ ਦੇਖ ਲਓ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਜੇ ਕੋ ਖਾਇਕ ਆਖਣ ਪਾਏ, ਉਹ ਜਾਣੇ ਜੀਤੀਆਂ ਮੂੰਹ ਖਾਏ। ਤਾਂ ਹੁਣ ਬਚਨ ਕਰਦੇ ਨੇ, ਆਪੇ ਜਾਣੈ ਆਪੇ ਦੇ। ਉਹ ਦਾਤਾਂ ਦੇ ਰਿਹਾ ਹੈ, ਆਪੇ ਦੇ ਦਾ ਮਤਲਬ ਦੇ ਰਿਹਾ ਨਾ, ਸਮਾਇਆ ਹੋਇਆ ਰੱਬ। ਧਰਤੀ ਵਿੱਚ ਪੈਦਾਇਸ਼ ਸ਼ਕਤੀ ਹੈ ਤੇ ਇਸ ਧਰਤੀ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਚੀਜ਼ਾਂ ਪੈਦਾ ਹੋ ਰਹੀਆਂ ਨੇ, ਹੁੰਦੀਆਂ ਰਹਿਣਗੀਆਂ। ਸਾਨੂੰ ਜੀਵਨ ਮਿਲ ਰਿਹਾ ਹੈ, ਆਕਸੀਜਨ ਮਿਲ ਰਹੀ ਹੈ, ਦੇ ਰਿਹਾ ਹੈ ਨਾ, ਅੰਦਰ ਬੈਠਾ ਵਿਚਾਰ ਦੇ ਰਿਹਾ ਹੈ। ਔਰ ਆਪੇ ਜਾਣੇ ਦਾ ਮਤਲਬ ਉਹ ਆਪ ਜਾਣਦਾ ਵੀ ਹੈ, ਇਹ ਚੀਜ਼ ਸਮਝਣ ਵਾਲੀ ਹੈ। ਆਪ ਜਾਣਦਾ ਵੀ ਹੈ, ਮੈਂ ਤੁਹਾਨੂੰ ਧੋਖਾ ਦੇ ਰਿਹਾ, ਇਮੋਸ਼ਨਲ ਬਲੈਕਮੇਲ ਕਰ ਰਿਹਾ, ਤੁਹਾਨੂੰ ਨਹੀਂ ਪਤਾ ਲੱਗਾ, ਤੁਸੀਂ ਮੇਰੇ ਤੇ ਵਿਸ਼ਵਾਸ ਕਰ ਲਿਆ, ਪਰ ਮੈਨੂੰ ਤਾਂ ਪਤਾ ਨਾ ਕਿ ਮੈਂ ਇਮੋਸ਼ਨਲ ਬਲੈਕਮੇਲ ਕਰ ਰਿਹਾ ਹਾਂ। ਮੇਰੇ ਅੰਦਰ ਬੈਠਾ ਤੇ ਜਾਣ ਰਿਹਾ ਨਾ ਉਹ। ਤੁਸੀਂ ਮੈਨੂੰ ਧੋਖਾ ਦੇ ਰਹੇ ਹੋ, ਇਮੋਸ਼ਨਲ ਬਲੈਕਮੇਲ ਕਰ ਰਹੇ ਹੋ, ਮੈਨੂੰ ਨਹੀਂ ਪਤਾ ਲੱਗਾ ਕਿਉਂਕਿ ਮੈਂ ਤਾਂ ਤੁਹਾਡੇ ਤੇ ਵਿਸ਼ਵਾਸ ਕੀਤਾ, ਪਰ ਤੁਹਾਨੂੰ ਆਪ ਤਾਂ ਪਤਾ ਨਾ ਕਿ ਤੁਸੀਂ ਧੋਖਾ ਕਰ ਰਹੇ ਹੋ। ਅੰਦਰ ਬੈਠਾ ਤੇ ਜਾਣ ਰਿਹਾ ਨਾ। ਜਿਸ ਦੀ ਅਸੀਂ ਚੋਰੀ ਕੀਤੀ ਉਹਨੂੰ ਤੇ ਪਤਾ ਨਹੀਂ ਲੱਗਾ, ਕਿਸ ਦਾ ਫੋਨ ਚੁੱਕ ਲਿਆ ਉਹਨੂੰ ਤੇ ਪਤਾ ਨਹੀਂ ਲੱਗਾ, ਪਰ ਮੈਨੂੰ ਤਾਂ ਪਤਾ ਹੈ ਨਾ ਕਿ ਮੈਂ ਚੁੱਕ ਕੇ ਲਿਆ। ਮੈਂ ਆਪਣੇ ਆਪ ਤੋਂ ਕਿਵੇਂ ਛੁਪਾਵਾਂ, ਆਪਣੇ ਆਪ ਤੋਂ ਕਿਵੇਂ ਕੋਈ ਬੰਦਾ ਛੁਪਾਏਗਾ ਕਿ ਰਿਸ਼ਵਤ ਮੈਂ ਲੈ ਰਿਹਾ, ਉਤਲੇ ਅਫਸਰ ਨੂੰ ਨਹੀਂ ਪਰ ਆਪ ਨੂੰ ਤੇ ਮੈਨੂੰ ਪਤਾ ਹੈ ਨਾ ਕਿ ਮੈਂ ਲੈ ਰਿਹਾ। ਹਰ ਇੱਕ ਦੇ ਅੰਦਰ ਬੈਠਾ ਉਹ ਵੇਖ ਰਿਹਾ ਹੈ, ਔਰ ਹਰ ਥਾਂ ਦੇ ਉੱਤੇ ਇਹ ਕਾਨੂੰਨ ਹੈ, ਰੱਬ ਦੀ ਰਜ਼ਾ ਪਾਣਾ ਉਹ ਵਰਤ ਰਿਹਾ ਹੈ, ਔਰ ਹਰ ਥਾਂ ਦੇ ਉੱਤੇ ਇਹ ਸਾਨੂੰ ਫਲ ਵੀ ਮਿਲ ਰਿਹਾ ਹੈ। ਜਦੋਂ ਅਸੀਂ ਮਾੜੇ ਕਰਮ ਕਰਦੇ ਹਾਂ ਨਾ ਤਾਂ ਅੰਦਰ ਡਰ ਪੈਦਾ ਜ਼ਰੂਰ ਹੋ ਜਾਂਦਾ, ਥੋੜਾ ਹੋਏ ਬਹੁਤਾ ਹੋਏ, ਔਰ ਉਹ ਡਰ ਜਿਹੜਾ ਹੈ ਸਾਰੀ ਜ਼ਿੰਦਗੀ ਫਿਰ ਡਰਾਉਂਦਾ ਰਹਿੰਦਾ। ਗੁਰੂ ਜੀ ਬਚਨ ਕਰਦੇ ਨੇ, ਆਖੇ ਸੇ ਪੇਕਈ ਕੇ, ਆਪੇ ਜਾਣੇ ਆਪੇ ਦੇ,
कि वो प्रभु आप जानदा है, आप दातां दिंदा है। आखे से पे कई के दा मतलब कुछ विरले लोग ऐसे भी है ने ਜਿਹੜੇ ਉੱਤੇ ਗਿਣੇ ਨੇ ਨਾ, ਉਹ ਵੀ ਹੈ ਨੇ, ਪਰ ਇਸ ਦੁਨੀਆ ਵਿੱਚ ਸਾਰੇ ਚੋਰ ਨਿੰਦਕ ਨਹੀਂ, ਸਾਰੇ ਬੇਸ਼ੁਕਰੇ ਨਹੀਂ, ਸਾਰੇ ਇਹ ਗੱਲ ਕਹਿਣ ਵਾਲੇ ਨਹੀਂ ਹੈਗੇ ਕਿ ਰੱਬ ਦੀ ਰਜ਼ਾ ਪਾਣੇ ਤੋਂ ਉਲਟ ਵੀ ਕੁਝ ਹੋ ਸਕਦਾ ਹੈ। आपे जाने आपे दे आखें से पे कई के कुछ लोग ऐसे भी है ने जो ये कह रहे ने कि वो आप जानदा है और दाता दे ते जेड़े एवें कहंदे ने और एवें जिंदगी जींदे ने वो लोग प्रभु दी सिफत करने वाले होंगे, वो लोग शुक्रगुजार होंगे, वो रब दी सिफत करनगे, वो इस संसार दे अंदर किते दोष नहीं कड्डणगे क्योंकि उन्होंने दोष किते दिसना ही नहीं है। दोष दिसना ही नहीं है। दुनिया के अंदर सब कुछ संपूर्ण है, परिपूर्ण है। पूरे ब्रह्मांड के अंदर किते भी कोई दोष नहीं है, पूरा ब्रह्मांड परिपूर्ण है। तो वो ये गल कहणगे कि इस परिपूर्ण ब्रह्मांड के अंदर, संपूर्ण ब्रह्मांड के अंदर मैं रब दी एक स्पैशल क्रिएशन हाँ। मेरे वर्गा इस दुनिया में होर कोई नहीं, तुहाडे वर्गा होर कोई नहीं, क्योंकि किसी वर्गा किसी नूं बनाया ही नहीं। ते ਉਹ ਸਿਫਤ ਸਲਾਹ ਕਰਦੇ ਨੇ ਰੱਬ ਦੀ। ਉਹ ਹਰ ਇੱਕ ਇੱਕ ਚੀਜ਼ ਨੂੰ ਵੇਖ ਕੇ ਕੁਰਬਾਨ ਜਾਂਦੇ ਨੇ। ਨਿੱਕੇ ਜਿਹੇ ਫੁੱਲ ਨੂੰ ਵੇਖ ਕੇ ਉੱਤੋਂ ਕੁਰਬਾਨ ਜਾ ਰਹੇ ਨੇ, ਵਰਖਾਂ ਵਨਸਪਤੀਆਂ ਨੂੰ ਵੇਖ ਕੇ ਕੁਰਬਾਨ, ਨਦੀਆਂ ਨਾਲਿਆਂ ਨੂੰ ਵੇਖ ਕੇ ਆਨੰਦ ਮਾਣ ਰਹੇ ਨੇ, ਮਨੁੱਖ ਮਾਤਰ ਨੂੰ ਵੇਖ ਕੇ ਆਨੰਦ ਮਾਣ ਰਹੇ ਨੇ। ਸਾਨੂੰ ਦੁਸ਼ਮਣ ਦਿਸ ਰਹੇ ਅਸੀਂ ਇੱਕ ਦੂਜੇ ਨੂੰ, ਤੇ ਉਹ ਕਹਿ ਰਹੇ ਨੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ, ਏਕ ਨੂਰ ਤੇ ਸਭ। ਸਾਨੂੰ ਕੋਈ ਆਪਣਾ ਨਹੀਂ ਦਿਸਦਾ ਤੇ ਉਹ ਜਿਹੜੇ ਆਨੰਦ ਮਾਣਨ ਵਾਲੇ ਨੂੰ ਕਹਿ ਰਹੇ ਨੇ ਮੰਦਾ ਕਿਸ ਨੂੰ ਆਖੀਏ, ਕਿਹਨੂੰ ਮੰਦਾ ਕਹੋ। मैदाने जंग विच भी पानी पिला रहे हैं, मरम पट्टी लगा रहे। उन्हां वास्ते ना को मेरा दुश्मन रहा, ना हम किसके बैराई, ब्रह्म पसार पसारियो पीतर, सतगुर ते सूझी पाई। वो लोग भी है ने। गुरु जी कहंदे ने जिस नूं बख्शे सिफत साला। हुण देखो किन्ने उत्ते गिणे ने, जोधे ने, सूरमे ने, विकारां विच खपण वाले ने, दुखां पुखां दी मार वगी पई है। कई लोग खाई खाई जा रहे ने, और कई जिहड़े ने ये भी कह रहे ने कि रब देण वाला है, आप ही जानदा है, आप ही दिंदा है। इन्हां सारियां चों चंगा कौन है? जिस नूं बख्शे सिफत साला, जिन्नू मालक सिफत सलाह बख्श दवे। सिफत सलाह गुण गाने, सिर्फ गुण, गुणां बारे सोचना, गुणां बारे बोलना, गुणां वाला विहार करना, सिफत सलाह, पॉजिटिव थिंकिंग, सकारात्मक सोच, गुणात्मक सोच जिन्हां नूं बख्श दवे। हुण देखो इत्थे असीं फिर रब दा दोष कड्डांगे कि सानूं उहने नहीं बख्शी। बंदा बड़ा चलाक है ना, हुण उहने बख्शी ते है पर उहदी बख्शिश नूं असीं अपना नहीं रहे। बरसात पै रही है ना, ਤਾਂ ਦੋ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੇ ਹੱਥ ਇੰਜ ਕੀਤਾ ਹੈ। ਉਹਨਾਂ ਦੇ ਹੱਥ ਦੇ ਅੰਦਰ ਪਾਣੀ ਪੈ ਰਿਹਾ ਹੈ। ਕੁਝ ਲੋਕ ਨੇ ਜਿਨ੍ਹਾਂ ਨੇ ਹੱਥ ਇੰਜ ਕੀਤਾ ਹੈ ਤੇ ਉਹ ਕਹਿਣ ਮੇਰੀ ਚੁਲੀ ਵਿੱਚ ਨਹੀਂ ਪੈ ਰਿਹਾ, ਤੇ ਹੁਣ ਦੋਸ਼ ਕਿਹਦਾ? ਮੀਂਹ ਤੇ ਪੈ ਰਿਹਾ ਨਾ, ਚੁਲੀ ਸਿੱਧੀ ਕਰ ਪੈ ਜਾਏਗਾ। ਜਿਸ ਨੂੰ ਬਖਸ਼ੇ ਸਿਫਤ ਸਲਾਹ। ਹੁਣ ਗੁਣ ਤੇ ਸਾਡੇ ਸਾਰਿਆਂ ਵਿੱਚ ਨੇ, ਜਿੰਨੀਆਂ ਮੇਰੀਆਂ ਭੈਣਾਂ ਤੁਸੀਂ ਬੈਠੀਆਂ, ਜਿੰਨੇ ਮੇਰੇ ਵੀਰ ਬੈਠੇ ਹੋ, ਬੱਚੇ ਹੋ, ਸਾਰਿਆਂ ਦੇ ਵਿੱਚ ਗੁਣ ਤੇ ਹੈ ਨੇ, ਮੇਰੇ ਵਿੱਚ ਵੀ ਨੇ, ਤੁਹਾਡੇ ਵਿੱਚ ਵੀ ਨੇ, ਪਰ ਅਸੀਂ ਉਹਨਾਂ ਨੂੰ ਯੂਜ਼ ਨਹੀਂ ਨਾ ਕਰ ਰਹੇ। ਇੱਕ ਵੱਖਰੀ ਗੱਲ ਹੈ ਵੀ ਯੂਜ਼ ਨਹੀਂ ਕਰ ਰਹੇ, ਸੱਚਾਈ ਦਾ ਸਾਨੂੰ ਵੀ ਪਤਾ ਹੈ। ਪ੍ਰੇਮ ਸਾਡੇ ਅੰਦਰ ਹੈ, ਦਇਆ ਸਾਡੇ ਅੰਦਰ ਹੈ, ਇਨਸਾਨੀਅਤ ਹੈ, ਸਾਡੇ ਅੰਦਰ ਬਹੁਤ ਵੱਡੀਆਂ ਪੋਸੀਬਿਲਿਟੀਜ਼ ਨੇ, ਕਿਰਪਾ ਤੇ ਹੈ, ਪਰ ਅਸੀਂ ਉਹਨੂੰ ਯੂਜ਼ ਨਹੀਂ ਕਰ ਰਹੇ। ਗੁਰੂ ਜੀ ਕਹਿੰਦੇ ਨੇ ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਸ ਨੂੰ ਪੋਜ਼ਿਟਿਵ ਸਕਾਰਾਤਮਕ ਸੋਚ ਬਖਸ਼ ਦੇਵੇ, ਗੁਣਾਤਮਕ ਸੋਚ ਬਖਸ਼ ਦੇਵੇ, ਨਾਨਕ ਪਾਤਸ਼ਾਹੀ, ਪਾਤਸ਼ਾਹ, ਇੱਥੇ ਪਾਤਸ਼ਾਹੀ ਨਹੀਂ ਪੜਨਾ, ਪਾਤਸ਼ਾਹੀ ਬਿੰਦੀ ਲਗਾ ਕੇ ਬਹੁਵਚਨੀ, ਬਾਦਸ਼ਾਹਾਂ ਦਾ ਪਾਤਸ਼ਾਹ। ਪਹਿਲਾ ਸ਼ਬਦ ਬਹੁਵਚਨੀ ਹੈ, ਦੂਜਾ ਸ਼ਬਦ ਇੱਕ ਵਚਨੀ ਹੈ, ਇਹਨੂੰ ਪਾਤਸ਼ਾਹੋ ਨਹੀਂ ਪੜਨਾ। ਜਦੋਂ ਵੀ ਕਿਸੇ ਨਾਉਨ ਦੇ ਆਖਰੀ ਹਾਹੇ ਥੱਲੇ ਔਂਕੜ ਆਵੇ ਤਾਂ ਉਹ ਔਂਕੜ ਬੁਲਾਣਾ ਨਹੀਂ, ਉਹ ਇੱਕ ਵਚਨ ਦਾ ਲਖਾਇਕ ਹੁੰਦਾ ਹੈ, ਸਿੰਗੂਲਰ ਸ਼ਬਦ ਹੈ। ਨਾਨਕ ਪਾਤਸ਼ਾਹੀ, ਪਾਤਸ਼ਾਹ, ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ।
ਜਿਹਨੂੰ ਰੱਬ ਸਕਾਰਾਤਮਕ ਸੋਚ ਬਖਸ਼ ਦੇਵੇ, ਜਿਹਨੂੰ ਰੱਬ ਰਜ਼ਾ ਔਰ ਭਾਣੇ ਦੇ ਅੰਦਰ ਤੁਰਨ ਦਾ ਬਲ ਬਖਸ਼ੇ, ਯਾਨੀ ਜੋ ਪ੍ਰਭੂ ਦੇ ਰਜ਼ਾ ਭਾਣੇ ਵਿੱਚ ਤੁਰਦਾ ਹੈ ਔਰ ਜਿਸ ਦੇ ਅੰਦਰ ਸਕਾਰਾਤਮਕ ਸੋਚ, ਗੁਣਾਤਮਕ ਸੋਚ ਹੈ, ਸਿਫਤ ਸਲਾਹ ਹੈ, ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਉਹਦੇ ਵਰਗਾ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਹੈ। ਉਹ ਝੌਂਪੜੀ ਦੇ ਅੰਦਰ ਬਹਿ ਕੇ ਵੀ ਆਨੰਦ ਵਿੱਚ ਹੈ ਤੇ ਦੂਜਾ ਬੰਦਾ ਮਹਿਲ ਦੇ ਵਿੱਚ ਬੈਠ ਕੇ ਵੀ ਪਰੇਸ਼ਾਨ, ਮਹਿਲ ਵਿੱਚ ਬੈਠ ਕੇ ਵੀ ਪਰੇਸ਼ਾਨ। ਤਾਂ ਅਸੀਂ ਬਾਦਸ਼ਾਹਾਂ ਦੇ ਬਾਦਸ਼ਾਹ ਹੋ ਸਕਦੇ ਹਾਂ ਔਰ ਰੱਬ ਨੇ ਸਾਨੂੰ ਬਾਦਸ਼ਾਹਾਂ ਦਾ ਬਾਦਸ਼ਾਹ ਬਣਾਇਆ ਹੈ ਹਰ ਇਨਸਾਨ ਨੂੰ, ਕਿਉਂਕਿ ਹਰ ਇਨਸਾਨ ਰੱਬ ਦਾ ਰੂਪ ਹੈ ਨਾ। ਮਨ ਤੂੰ ਜੋਤ ਸਰੂਪ ਹੈ, ਰੱਬ ਆਪ ਸਚਿਆਰ ਹੈ ਨਾ। ਤੂੰ ਕਰਤਾ ਸਚਿਆਰ ਮੈਂਡਾ ਸਾਈਂ। ਤੇ ਗੁਰੂ ਜੀ ਸਾਨੂੰ ਵੀ ਕਹਿ ਰਹੇ ਨੇ ਵੀ ਸਚਿਆਰ ਤੁਸੀਂ ਕਿਵੇਂ ਬਣਨਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੂਲ ਨੂੰ ਪਛਾਣ। ਤੇਰੇ ਅੰਦਰ ਇਹ ਪੋਸੀਬਿਲਿਟੀਜ਼ ਨੇ। ਤੂੰ ਬਾਦਸ਼ਾਹ ਦਾ ਬਾਦਸ਼ਾਹ ਹੈ, ਤੂੰ ਕੰਗਾਲ ਬਣਿਆ ਫਿਰਦਾ ਹੈ। ਸਾਡੇ ਸਾਰਿਆਂ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਦੇ ਸ਼ੁਭ ਜਜ਼ਬੇ ਨੇ। ਲੇਕਿਨ ਅਸੀਂ ਈਰਖਾ, ਦਵੇਸ਼, ਵੈਰ, ਵਿਰੋਧ, ਹੀਨ ਭਾਵਨਾਵਾਂ ਦੇ ਅੰਦਰ ਅਸੀਂ ਈਗੋ ਨੂੰ ਜਾਂ ਤੇ ਇਨਫੀਰੀਓਰਿਟੀ ਕੰਪਲੈਕਸ ਵਿੱਚ ਵਰਤ ਲੈਂਦੇ ਹਾਂ ਜਾਂ ਫਿਰ ਸੁਪਰੀਓਰਿਟੀ ਕੰਪਲੈਕਸ ਵਿੱਚ ਵਰਤ ਲੈਂਦੇ ਹਾਂ। ਅਸੀਂ ਸਵਾਭਿਮਾਨੀ ਬਣਨਾ ਸੀ ਤਾਂ ਉਹ ਬਾਦਸ਼ਾਹ ਦਾ ਬਾਦਸ਼ਾਹ ਹੈ ਜਿਹਨੂੰ ਪ੍ਰਭੂ ਸਿਫਤ ਸਲਾਹ ਬਖਸ਼ਦਾ ਹੈ, ਤੇ ਜਿਹਨੂੰ ਸਿਫਤ ਸਲਾਹ ਬਖਸ਼ ਦਿੱਤੀ ਉਹ ਫਿਰ ਸਚਿਆਰ ਹੋ ਜਾਂਦਾ ਹੈ। ਉਹਦੀਆਂ ਦੀਵਾਰਾਂ ਟੁੱਟ ਜਾਂਦੀਆਂ ਨੇ, ਕੂੜ ਦੀਆਂ, ਉਹ ਪ੍ਰਭੂ ਦੇ ਅੰਦਰ ਸਮਾ ਜਾਂਦਾ ਹੈ। ਮਨੁੱਖਤਾ ਚੋਂ ਦੀਵਾਰਾਂ ਟੁੱਟ ਸਕਦੀਆਂ ਨੇ, ਜਾਤੀਵਾਦ ਦੀਆਂ ਦੀਵਾਰਾਂ ਖਤਮ ਹੋ ਸਕਦੀਆਂ ਨੇ, ਮੇਰ ਤੇਰ ਦੇ ਵਿਤਕਰਿਆਂ ਦੀਆਂ ਦੀਵਾਰਾਂ ਖਤਮ ਹੋ ਸਕਦੀਆਂ ਨੇ, ਦੁਸ਼ਮਣੀ ਦੀਆਂ ਦੀਵਾਰਾਂ ਖਤਮ ਹੋ ਸਕਦੀਆਂ ਨੇ। ਇੱਥੇ ਇੱਕ ਸੁੰਦਰ ਭਾਈਚਾਰਕ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਧਰਮਾਂ ਦੀਆਂ ਦੀਵਾਰਾਂ ਖਤਮ ਹੋ ਸਕਦੀਆਂ ਨੇ, ਪਰ ਜੇ ਸਿਫਤ ਸਲਾਹ ਦੇ ਨਾਲ ਜੁੜ ਜਾਈਏ, ਜੇ ਇਸ ਸਿਸਟਮ ਨੂੰ ਸਮਝ ਲਈਏ ਰੱਬ ਦੀ ਰਜ਼ਾ ਪਾਣੇ ਮੁਤਾਬਕ ਜ਼ਿੰਦਗੀ, ਤਾਂ ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਅੱਜ ਜੋ ਅਸੀਂ 25 ਨੰਬਰ ਪੌੜੀ ਦੀ ਵਿਚਾਰ ਕੀਤੀ ਹੈ, ਤੁਹਾਡੇ ਕੀ ਵਿਊਜ਼ ਨੇ ਜਾਂ ਕਿਸੇ ਵੀਰ ਭੈਣ ਦਾ ਇਸ ਸੰਬੰਧੀ ਸਵਾਲ ਹੋਏ ਤਾਂ ਉਹ ਆਪ ਸਵਾਲ ਵੀ ਪੁੱਛ ਸਕਦੇ ਹੋ। ਅਗਲਾ ਜੋ ਪ੍ਰੋਗਰਾਮ ਹੈ ਉਹ ਭਾਈ ਤਰਲੋਚਨ ਸਿੰਘ ਜੀ ਕਰਨਗੇ। ਤਾਂ ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਜੀ, ਹਮੇਸ਼ਾ ਦੀ ਤਰ੍ਹਾਂ। ਤੇ ਜਿੱਦਾਂ ਗਿਆਨੀ ਜੀ ਨੇ ਬੇਨਤੀ ਕੀਤੀ ਹੈ ਸਾਰਿਆਂ ਨੂੰ ਕਿ ਜੇ ਕਿਸੇ ਦੇ ਕੋਲ ਕੋਈ ਸਵਾਲ ਹੋਵੇ ਤਾਂ ਉਹ ਹੁਣੇ ਅਨਮਿਊਟ ਹੋ ਜਾਵੇ, ਤਾਂ ਕਿ ਗਿਆਨੀ ਜੀ ਸਾਡੇ ਨਾਲ ਹੀ ਆ ਤੇ ਉਹ ਕੋਈ ਵੀ ਸਵਾਲ ਜਿਹੜਾ ਹੈਗਾ ਉਹਦਾ ਜਵਾਬ ਦੇ ਸਕਦੇ ਆ। ਤੇ ਹਾਂਜੀ, ਸਾਡੇ ਨਾਲ ਪਨੀਤ ਕੌਰ ਅਨਮਿਊਟ ਹੈਗੇ ਜੀ। ਹੋਰ ਵੀ ਕਿਸੇ ਨੇ ਹੋਣਾ ਤਾਂ ਹੁਣੇ ਹੋ ਜਾਓ, ਮਿਹਰਬਾਨੀ। ਪਨੀਤ ਕੌਰ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ। ਹਾਂਜੀ ਵੀਰ ਜੀ। ਵੀਰ ਜੀ ਇੱਕ ਵਾਰੀ ਨਾਨਕ ਪਾਤਸ਼ਾਹੀ ਪਾਤਸ਼ਾਹ, ਇਸ ਨੂੰ ਫਿਰ ਦੁਬਾਰਾ ਤੋਂ ਪਲੀਜ਼ ਰਿਪੀਟ ਕਰ ਦਿਓ। ਇਹਦਾ ਉਚਾਰਨ ਹੋਏਗਾ ਮੇਰੀ ਭੈਣ ਨਾਨਕ। ਇੱਥੇ ਥੋੜਾ ਜਿਹਾ ਰੁਕਾਂਗੇ। ਹਾਂ ਹਾਂ ਹਾਂ। ਪਾਤਸ਼ਾਹੀ ਹਾਹੇ ਦੇ ਨਾਲ ਬਿੰਦੀ ਲਗਾਵਾਂਗੇ। ਪਾਤਸ਼ਾਹਾਂ ਦਾ ਹਾਂ, ਇਹਨੂੰ ਪਾਤਸ਼ਾਹੋ ਨਹੀਂ ਪੜਾਂਗੇ, ਇਹਨੂੰ ਪੜਾਂਗੇ ਪਾਤਸ਼ਾਹ। ਕਿ ਜਦੋਂ ਕਿਸੇ ਨਾਉਨ ਦੇ ਹਾਹੇ ਥੱਲੇ ਔਂਕੜ ਹੁੰਦਾ ਹੈ ਤਾਂ ਉਹਨੂੰ ਬੁਲਾਣਾ ਨਹੀਂ ਹੁੰਦਾ। ਉਹ ਔਂਕੜ ਸਿਰਫ ਕਰਤਾ ਕਾਰਕ ਇੱਕ ਵਚਨ ਪੁਲਿੰਗ ਦਾ ਲਖਾਇਕ ਹੁੰਦਾ ਹੈ, ਮੇਲ ਜੈਂਡਰ ਦਾ। ਤਾਂ ਇਹਦਾ ਉਚਾਰਨ ਹੋਏਗਾ ਨਾਨਕ ਪਾਤਸ਼ਾਹੀ ਪਾਤਸ਼ਾਹ। ਤੇ ਇਹਦਾ ਸੰਪੂਰਨ ਅਰਥ ਹੋਏਗਾ ਕਿ ਜਿਹੜਾ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਜਿਹਦੇ ਅੰਦਰ ਗੁਣਾਤਮਕ ਸੋਚ ਹੈ, ਉਹ ਬਾਦਸ਼ਾਹ ਹੈ, ਯਾਨੀ ਉਹ ਦੁਨੀਆ ਦਾ ਸਭ ਤੋਂ ਮਹਾਨ ਬੰਦਾ। ਪਾਤਸ਼ਾਹੀ ਦਾ ਲਿਟਰਲ ਮੀਨਿੰਗ ਮਤਲਬ ਕਿ ਵਰਡ ਦਾ ਉਸ ਅੱਖਰ ਦਾ ਕੱਲਾ ਮਤਲਬ ਕੀ ਹੈ? ਪਾਤਸ਼ਾਹੀ, ਸ਼ਾਹੀ ਦਾ ਮਤਲਬ ਹੋਏਗਾ ਪਾਤਸ਼ਾਹਾਂ ਦਾ, ਬਾਦਸ਼ਾਹਾਂ ਦਾ। ਅੱਛਾ ਅੱਛਾ ਅੱਛਾ, ਅੱਛਾ ਜੀ, ਅੱਛਾ ਜੀ, ਬਾਦਸ਼ਾਹਾਂ ਦਾ। ਅੱਛਾ, ਜਿਵੇਂ ਆਪਾਂ ਕਹਿੰਦੇ ਆ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਸੀਗਾ। ਹਾਂਜੀ ਹਾਂਜੀ, ਇਸ ਤਰ੍ਹਾਂ ਲੈ ਕੇ ਚੱਲੋ। ਠੀਕ ਹੈ, ਧੰਨਵਾਦ ਵੀਰ ਜੀ, ਧੰਨਵਾਦ ਜੀ, ਥੈਂਕ ਯੂ ਸੋ ਮਚ। ਧੰਨਵਾਦ ਜੀ ਪਨੀਤ ਕੌਰ ਜੀ। ਤੇ ਅੱਗੇ ਸਾਡੇ ਨਾਲ ਅਨਮਿਊਟ ਹੈਗੇ ਜੀ ਅਵਤਾਰ ਸਿੰਘ ਜੀ। ਤੇ ਹਾਂਜੀ ਅਵਤਾਰ ਸਿੰਘ ਜੀ। ਜੀ ਮੈਂ ਇਹਦੇ ਨਾਲ ਲਿੰਕ ਕਰ ਜੀ। ਮੈਂ ਸਿਰਫ ਜਦ ਤੁਸੀਂ ਕਹਿੰਦੇ ਸਚਿਆਰ ਹੋਣਾ ਚਾਹੀਦਾ, ਕਿਆ ਜ਼ਰੂਰੀ ਆ ਵੀ ਜਿਹਨਾਂ ਨੇ ਜੀ ਅੰਮ੍ਰਿਤ ਛਕਿਆ ਉਹ ਕਹਿੰਦੇ ਉਹੀ ਸਚਿਆਰਾ ਹੋ ਸਕਦਾ, ਦੂਸਰਾ ਨਹੀਂ? ਵੀਰ ਜੀ ਇੱਕ
ਵੱਖਰਾ ਟੌਪਿਕ ਹੈ। ਮੇਰੇ ਖਿਆਲ 'ਚ ਇਹ ਸਵਾਲ ਪੁੱਛਣ ਦੀ ਜ਼ਰੂਰਤ ਹੀ ਨਹੀਂ ਸੀ, ਕਿਉਂਕਿ ਜਿਹੜਾ ਰੱਬੀ ਨਿਯਮ ਦੇ ਅੰਦਰ ਤੁਰਦਾ ਹੈ ਉਹ ਬੰਦਾ ਸੱਚਿਆਰ ਹੈ। ਸਿੰਪਲ ਗੱਲ। ਨਹੀਂ, ਜਿਹੜਾ ਜੀ ਅੰਮ੍ਰਿਤ ਨਾਲ ਕਹਿੰਦੇ ਆ ਵੀ ਉਹ ਜ਼ਰੂਰੀ ਆ, ਮੈਂ ਇਹ ਪੁੱਛਿਆ। ਦੇਖੋ, ਇਹ ਨਾ ਇੱਕ ਸਕੂਲ ਹੈ ਸਾਡਾ, ਜਿਵੇਂ ਅਸੀਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸਿੱਖੀ ਦੇ ਆਪੇ ਸਾਡੇ ਕੌਮੀ ਕਨਸੈਪਟ ਹੈਗਾ, ਤੇ ਜਿਹਦੇ ਵਿੱਚ ਸ਼ਾਮਲ ਹੋਣਾ ਤੇ ਅੰਮ੍ਰਿਤ ਮਤਲਬ ਛਕ ਲਓ। ਹਾਂ, ਇੰਨਾ ਜ਼ਰੂਰ ਹੈ ਕਿ ਜਿਹੜਾ ਅੰਮ੍ਰਿਤ ਜਿਹਨੇ ਛਕਿਆ ਹੈ ਨਾ, ਉਹਨੂੰ ਸਚਿਆਰ ਹੋਣਾ ਬਹੁਤ ਜ਼ਰੂਰੀ ਹੈ ਕਿ ਉਹਦੇ ਅੰਦਰ ਦੋਸ਼ ਨਾ ਹੋਵੇ, ਉਹ ਇੱਕ ਰੋਲ ਮਾਡਲ ਹੋਣਾ ਚਾਹੀਦਾ। ਬਾਕੀ ਮਤਲਬ ਜਿਹੜਾ ਰਜਾ ਦੇ ਵਿੱਚ ਤੁਰਦਾ ਹੈ ਉਹ ਬੰਦਾ ਸਚਿਆਰ ਹੈਗਾ। ਜੇ ਤੁਸੀਂ ਹੁਣ ਮੰਨ ਲਓ ਤੁਸੀਂ ਕੇਸ ਕਟਾਏ ਨੇ, ਹਾਂਜੀ, ਤੇ ਤੁਸੀਂ ਮਨ ਬਚਨ ਕਰਮ ਕਰਕੇ ਸੱਚੇ ਹੋ, ਤੁਸੀਂ ਉੱਚੇ ਆਚਰਨ ਵਾਲੇ ਹੋ, ਗੁਰਬਾਣੀ ਮੁਤਾਬਕ ਤੁਹਾਡੀ ਜ਼ਿੰਦਗੀ ਹੈ, ਤੇ ਮੈਂ ਅੰਮ੍ਰਿਤ ਛਕਿਆ ਹੈ ਲੇਕਿਨ ਮੇਰੀ ਜ਼ਿੰਦਗੀ ਗੁਰਬਾਣੀ ਮੁਤਾਬਕ ਨਹੀਂ, ਤਾਂ ਮੇਰੇ ਨਾਲੋਂ ਤੁਸੀਂ ਚੰਗੇ ਹੋ। ਠੀਕ ਹੈ ਜੀ, ਠੀਕ ਹੈ ਨਾ, ਵੱਡਾ ਉਹ ਹੈ ਜਿਹੜਾ ਮਤਲਬ ਜਿਹਦੇ ਕਰਮ ਚੰਗੇ ਨੇ। ਹਾਂ, ਠੀਕ ਹੈ, ਸਹੀ ਹੈ। ਸਤਿ ਸ੍ਰੀ ਅਕਾਲ। ਠੀਕ ਹੈ ਜੀ, ਮਿਹਰਬਾਨੀ ਤੁਹਾਡੀ। ਤੇ ਹੋਰ ਸਾਡੇ ਨਾਲ ਇਸ ਵੇਲੇ ਕੋਈ ਵੀ ਅਨਮਿਊਟ ਨਹੀਂ ਹੈਗਾ ਜੀ, ਇਹਦਾ ਮਤਲਬ ਸਾਰੇ ਸੈਟਿਸਫਾਈਡ ਆ ਜੀ। ਸੋ ਇਸ ਕਰਕੇ ਆਪਾਂ ਇੱਥੇ ਗਿਆਨੀ ਜੀ ਦਾ ਧੰਨਵਾਦ ਕਰਦੇ ਹਾਂ ਤੇ ਸਾਰੀਆਂ ਸੰਗਤਾਂ ਦਾ ਵੀ ਧੰਨਵਾਦ ਕਰਦੇ ਹਾਂ। ਤੇ ਅਸੀਂ ਕੱਲ੍ਹ ਨੂੰ ਮੁੜ ਕੇ ਆਵਾਂਗੇ ਜੀ ਇਸੇ ਤਰ੍ਹਾਂ, ਤੇ ਕੱਲ੍ਹ ਨੂੰ 2 ਵਜੇ ਸਾਰੇ ਜਣੇ ਵਾਪਸ ਆਇਓ ਜੀ। ਤੇ ਇੱਥੇ ਸਮਾਪਤੀ ਕਰਦੇ ਹਾਂ ਜੀ। ਪਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।